जो उपदेश सतगुरु की बाणी विच दर्ज है वो सानू सरवण करवाया। अज भगत पीपा जी का शब्द आप जी ने सरवण किया है। कल भगत सदना जी, फिर भगत सैन जी, फिर भगत सूरदास जी। सो इन्हां 5 दिनों में 5 भगतों का जीवन वरतांत संखेप रूप विच अते उन्हां दी उचारण की हुई बाणी दी विचार आपां सरवण करांगे। बंदी छोड़ दिवस दीपावली का पुरब 30 अक्तूबर नूं है। 1 नवंबर नूं साडे हाजर नाजर सतगुरु छतर चवर तखत दे मालक सतगुरु श्री गुरु ग्रंथ साहिब पातशाह महाराज जी का गद्दी निशीनी गुरता गद्दी गुरपुरब है। आप जी ने सेवा करके हाजरियां भर के गुरु की बख्शिशां प्राप्त करनियां जी। अब अगले समय की विचार सरवण करिए। वाहिगुरु जी का खालसा, वाहिगुरु जी की फतेह। सतनाम। श्री वाहिगुरु साहिब जीओ। हम क्या गुण तेरे विथरह स्वामी, तू अपर अपारो राम राजे। हर नाम सालाह दिन रात, एहा आस आधारो। हम मूरख किशु ना जानहा, किव पावह पारो। जन नानक हर का दास है, हर दास पनहारो। भगत जना की हर जियो राखै, जुग जुग रखदा आया राम। सो भगत जो गुरमुख होवै, हमै शब्द जलाया राम। सतनाम। श्री वाहिगुरु साहिब जीओ। पीपा कायो देवा कायो देवल, कायो जंगम जाति। कायो धूप दीप नई बेदा, कायो पूजो पाती। कायो देवा कायो देवल, कायो जंगम जाति। भगत वत्सल कृपा निधान दसां पातशाहियां दी जागदी जोत चवर छतर तख्त दे मालक
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਾਲਾ ਪ੍ਰੀਤਮ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਆਪ ਸੰਗਤਾਂ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਦਰਜ ਜੋ ਭਗਤ ਪੀਪਾ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਸਿੰਘ ਸਾਹਿਬ ਜੀ ਪਾਸੋਂ ਸ਼੍ਰਵਣ ਕੀਤਾ ਹੈ, ਉਸ ਸ਼ਬਦ ਦੀ ਵਿਚਾਰ ਔਰ ਭਗਤ ਜੀ ਦੇ ਪਵਿੱਤਰ ਜੀਵਨ ਦੀ ਸੰਖੇਪ ਵਿਚਾਰ ਕੀਤੀ ਜਾਵੇਗੀ। ਪਰਮਾਤਮਾ ਦੇ ਪਿਆਰਿਆਂ ਦਾ ਜੀਵਨ ਸੁਣਨ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਪ੍ਰਾਪਤ ਹੁੰਦਾ ਹੈ। ਲਾਗ ਲੱਗਦੀ ਹੈ ਭਜਨ ਕਰਨ ਦੀ, ਰੰਗ ਚੜ੍ਹਦਾ ਹੈ ਸਿਮਰਨ ਕਰਨ ਦਾ। ਇਹ ਗਵਾਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਭਰੀ ਹੈ। ਸੁਣ ਸਾਖੀ ਮਨ ਜਪ ਪਿਆਰ। ਜਦੋਂ ਤੁਸੀਂ ਮਹਾਂਪੁਰਖਾਂ ਦੇ ਪਰਮੇਸ਼ਰ ਦੇ ਪਿਆਰਿਆਂ ਦੀਆਂ ਸਾਖੀਆਂ ਸੁਣੋਗੇ, ਗਵਾਹੀਆਂ ਸੁਣੋਗੇ, ਤਾਂ ਤੁਹਾਡੇ ਅੰਦਰ ਪਿਆਰ ਪਰਮੇਸ਼ਰ ਦਾ ਪੈਦਾ ਹੋਵੇਗਾ, ਪ੍ਰੇਮ ਪੈਦਾ ਹੋਵੇਗਾ। ਔਰ ਪ੍ਰੇਮ ਜਿਹੜਾ ਹੈ ਇਹ ਅੱਗੇ ਜਾ ਕੇ ਫਿਰ ਜਪ ਬਣ ਜਾਂਦਾ ਹੈ। ਪ੍ਰੇਮ ਦੀ ਦੂਜੀ ਅਵਸਥਾ ਹੈ ਪਰਮੇਸ਼ਰ ਦਾ ਜਪ। ਹੁਣ ਕਹਿੰਦਾ ਮੇਰਾ ਪਿਆਰ ਬੜਾ ਹੈ ਸਤਿਗੁਰੂ ਨਾਲ। ਪਿਆਰ ਠੀਕ ਹੈ, ਪਰ ਨਾਮ ਜਪਦਾ ਹੈ, ਬਾਣੀ ਪੜ੍ਹਦਾ ਹੈ। ਕਹਿੰਦਾ ਨਹੀਂ, ਤਾਂ ਕਹਿੰਦੇ ਫਿਰ ਪਿਆਰ ਨੇ ਅਜੇ, ਪ੍ਰੇਮ ਨੇ ਕੁਝ ਅੱਗੇ ਫਲ ਦਿੱਤਾ ਨਹੀਂ। ਜਾਂ ਤੂੰ ਝੂਠਾ ਜਾਂ ਤੇਰਾ ਪ੍ਰੇਮ ਝੂਠਾ ਹੈ। ਪ੍ਰੇਮ ਦੀ ਦੂਜੀ ਅਵਸਥਾ ਹੈ ਜਪ। ਸੁਣ ਸਾਖੀ ਮਨ ਜਪ ਪਿਆ। ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ, ਗੁਰੂ ਸਾਹਿਬ ਦਾ ਜੀਵਨ, ਜਿਵੇਂ ਨਾਮ ਸਾਡੇ ਮਨ ਨੂੰ ਟਿਕਾਉਂਦਾ ਹੈ, ਇਕਾਗਰ ਕਰਦਾ ਹੈ, ਭਗਤੀ ਮਨ ਦੀ ਸ਼ੁੱਧਤਾ ਕਰਦੀ ਹੈ, ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਧਿਆਨ ਟਿਕਾਉਂਦਾ ਹੈ। ਤੁਸੀਂ ਹੈਰਾਨ ਹੋਵੋਗੇ ਜਿਹੜਾ ਗੁਰੂ ਸਾਹਿਬ ਦਾ ਜੀਵਨ ਆ, ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਆ, ਇਹ ਵੀ ਮਨ ਨੂੰ ਟਿਕਾਉਂਦਾ ਹੈ। ਇਹ ਵੀ ਮਨ ਦੀ ਮੈਲ ਕੱਢਦਾ ਹੈ ਜੇ ਸੁਣੀਏ ਤਾਂ। ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰ। ਪਰਮਾਤਮਾ ਦੇ ਪਿਆਰੇ ਦੀ ਉਸਤਤ ਕਰਨੀ ਪਰਮਾਤਮਾ ਦੀ ਉਸਤਤ ਹੈ, ਪਰਮਾਤਮਾ ਦਾ ਸਿਮਰਨ ਆ, ਪਰਮਾਤਮਾ ਦੀ ਵਡਿਆਈ ਹੈ। ਹਿੰਦੁਸਤਾਨ ਦੇ ਵਿੱਚ ਇੱਕ ਬੜਾ ਪ੍ਰਸਿੱਧ ਗ੍ਰੰਥ ਹੈ, ਬੜਾ ਪ੍ਰਸਿੱਧ ਮੱਤ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੇਲੇ ਉਹਦਾ ਬੜਾ ਜ਼ੋਰ ਸੀ। ਉਹ ਸਨ ਜੋਗੀ। ਉਹਨਾਂ ਦਾ ਇੱਕ ਗ੍ਰੰਥ ਹੈ ਯੋਗ ਸੂਤਰ। ਉਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਵੀਤ ਰਾਗ ਵਿਸ਼ਯਮ ਵਾਚਿਤਮ। ਜਿਨ੍ਹਾਂ ਦੇ ਰਾਗ ਬੀਤ ਚੁੱਕੇ ਹਨ, ਜਿਨ੍ਹਾਂ ਉੱਤੇ ਮਾਇਆ ਦਾ ਅਸਰ ਨਹੀਂ, ਕਾਮ ਕ੍ਰੋਧ ਦਾ ਅਸਰ ਨਹੀਂ, ਜਦੋਂ ਤੂੰ ਉਹਨਾਂ 'ਚ ਆਪਣਾ ਚਿੱਤ ਜੋੜੇਗਾ ਤਾਂ ਤੇਰਾ ਮਨ ਟਿਕ ਜਾਵੇ, ਇਕਾਗਰ ਹੋ ਜਾਵੇ। ਜਿੱਥੇ ਬਾਣੀ ਮਨ ਨੂੰ ਟਿਕਾਉਂਦੀ ਹੈ, ਸਿਮਰਨ ਮਨ ਨੂੰ ਟਿਕਾਉਂਦਾ ਹੈ, ਸੇਵਾ ਮਨ ਦੀ ਸ਼ੁੱਧਤਾ ਕਰਦੀ ਹੈ, ਉੱਥੇ ਮਹਾਂਪੁਰਸ਼ਾਂ ਦਾ ਜੀਵਨ, ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ, ਤੇ ਪਰਮੇਸ਼ਰ ਦੇ ਪਿਆਰੇ ਦਾ ਵੀ ਜੇ ਤੁਸੀਂ ਧਿਆਨ ਕਰੋਗੇ ਤਾਂ ਵੀ ਮਨ ਟਿਕੂਗਾ, ਮਨ ਇਕਾਗਰ ਹੋਊਗਾ। ਸਿਮਰਨ ਕਰ ਲਓ ਜਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਧਿਆਨ ਕਰ ਲਓ ਤਾਂ ਵੀ ਮਨ ਟਿਕੂਗਾ। ਮਨ ਦੇ ਵਿੱਚ ਇਕਾਗਰਤਾ ਪੈਦਾ ਹੋਵੇ। ਸੋ ਅੱਜ ਆਪ ਸੰਗਤਾਂ ਦੇ ਨਾਲ ਭਗਤ ਪੀਪਾ ਜੀ ਦੇ ਜੀਵਨ ਦੀ ਸਾਂਝ ਪਾਉਣੀ।
आओ धन गुरु हरकृष्ण साहब जी के चरणों में हाजरी लवाइए। सारी संगत आखो जी वाहिगुरु जी का खालसा वाहिगुरु जी की फतेह। सतगुरु श्री गुरु नानक देव साहब जी तो कोई 43 साल पहला राजस्थान के इलाके दे विच गगनौर है, कोटा जिथों बड़ा पत्थर निकलता है, 45 मील दूर पूर्व वल ये नगर है, शहर है गगनौर। उथे 1483 बिक्रमी दे विच राजपूत राजियां दे घर एक महापुरुष का जन्म होया, जिन्हों तुसी सारे भगत पीपा जी कह के याद करते। राजियां दे लड़के सी, राजे बने। हुण राजपूतां दे विच दुर्गा दी पूजा बड़ी प्रसिद्ध है। राजपूत राजे जिहड़े हन ये देवी दी पूजा करते। एक बकायदा महल दे विच मंदिर सी, बकायदा पुजारी रखिया सी सेवा करन वास्ते, पूजन करन वास्ते। ये भी देवी दे उपासक सन, पर नाल संतां दी संगत करदे, परमेश्वर दे प्यारियां दा संग भी करदे सी। जिहड़ी वड्डियां ने मर्यादा तोरी है वो चलदी आउंदी सी, इस करके इन्हां दे भी चंगे संस्कार सी, चंगा असर सी इन्हां दे मन उत्ते। एक दिन शहर दे विच भजन मंडली आई, उन्हां परमेश्वर दे भजन गाए, परमेश्वर दा कीर्तन कीता, हरि जस कीता। सेवकां ने राजे नूं दस्सिया भी उन्हां दी आवाज़ च बड़ा रास आ, बड़ी खिच आ उन्हां दी आवाज़ दे विच। जी करदा सुनी जाइए, सुनी जाइए। बाणी उचरै साध जन, अम्मियों चले चरने जी। जदों कोई साधु बंदगी आला, कोई परमेश्वर दा प्यारा बाणी पढ़े, कीर्तन करे, अमृत ही वरदा है। ओही बाणी है, ओही कीर्तन है, ओही कथा आम बंदा करे तो सुनन नूं जी नहीं करदा। इदां जापदा जिवें कां संग पाड़ी जांदा, रौला पाई जांदा। बाणी पढ़न वाले दा इन्ना असर है, बाणी दे विच बड़ी शक्ति आ, पर ਜਿਹੜੀ ਜ਼ਬਾਨ ਆਪ ਬਾਣੀ ਪੜ੍ਹਦੀ ਹੈ, ਜੇ ਉਹ ਕੋਈ ਕੀਰਤਨ ਕਰੇ ਤਾਂ ਉਹਦਾ ਅਸਰ ਬਹੁਤ ਜ਼ਿਆਦਾ ਪੈਂਦਾ ਹੈ। ਸਾਡਾ ਅਸਰ ਕੀ ਪੈਣਾ ਹੈ? ਦੇਖੋ, ਹੱਥ ਦੇ ਨਾਲ ਫੜ ਕੇ ਗੋਲੀ ਮਾਰਨੀ, ਇੱਕ ਬੰਦੂਕ 'ਚ ਪਾ ਕੇ ਮਾਰਨੀ, ਦੱਸੋ ਕਿਹੜੀ ਮਾਰੂਗੀ? ਜਿਹੜਾ ਆਪ ਨਹੀਂ ਬਾਣੀ ਪੜ੍ਹਦਾ, ਸਿਮਰਨ ਨਹੀਂ ਕਰਦਾ, ਉਹ ਕਥਾ ਕਰੂ, ਉਹਦਾ ਅਸਰ ਕੀ ਹੈ? ਅੱਜ ਕੱਲ੍ਹ ਨਾ ਵਿਦਵਾਨ कथा करता है, गुरु के सिख सुनते हैं। दूजा विद्वान कथा करता, उन्होंने कहते बाबा जी शंका वा, कहते कित्थों पै गया? कहते कथा सुन के। वो कहता कमाल हो गई बई, कथा सुन के शंके निकलते होंदे सी, हुण कथा सुन के शंके पैण लग पे। अजकल दी कथा इस तरह की। तां एक हथ ना फड़ के मारनी, तुसी हथ ना गोली मारो, हथ 'च फड़ के किन्ना क असर करू? कख भी नहीं। इहदे नाल ते इट चुक के मार दे, वही सिर पाड़ दू, गोली ने की करना है? पर वही जे बंदूक दे विच पा के मारी जावे, पिस्तौल दे विच दी चलदी है, रिवॉल्वर दी, फिर बंदा मार के छड़ती है या बहुत वड्डा जख्म करती है। गोली एक ही है, बाणी एक ही है, कथा एक ही है, कीर्तन एक ही है। पर जे कोई नाम सिमरन करने वाला करूगा तो वह असर बहुत ज्यादा पऊगा, बहुत ज्यादा ही मन ते असर पऊगा। तो साडा मन करूगा नाम जपीए, बाणी पढ़िए, सेवा सिमरन करिए। तो कहते जी बड़ी आवाज मिठी है, जी करदा सुनते ही जाइए, सुनते ही जाइए। तो राजे दे मन दे विच संस्कार पाया, इच्छा पैदा हुई। राजे पीपे दे मन दे विच 12 विआह कराए। राजा सब तो छोटी सी सीता, बड़ा तेज सी, बड़ी मुहब्बत सी, बड़ा रूप सी ओदा, भगती करने वाली सी, भजन करने वाली सी, कुदरती भी रूप सी ते भजन बंदगी करके होर चार चन्न लगा सी। तां उहदे नाल सलाह करके भजन मंडली नूं अपने घर दे विच, महल दे विच सद्दिया। राजा सी, हुक्म ही करना सी, सारे प्रबंध हो गए।
ਕੀਰਤਨ ਸ਼ੁਰੂ ਹੋਇਆ ਤੇ ਫਿਰ ਸਾਰੀ ਰਾਤ ਸੁਣਦੇ ਰਹੇ, ਕੀਰਤਨ ਹੋਆ ਰਹਿਣ ਸਬਾਈ। ਬੜਾ ਮਨ ਟਿਕਿਆ, ਮਨ ਖੁਸ਼ ਹੋਇਆ। ਭੰਡਾਰਾ ਕੀਤਾ, ਪ੍ਰਸ਼ਾਦਾ ਛਕਾਇਆ, ਆਸਣਾਂ ਦਾ ਪ੍ਰਬੰਧ ਕੀਤਾ। ਜਦੋਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਤਾਂ ਪਰਮੇਸ਼ਰ ਦੇ ਪਿਆਰਿਆਂ ਨੇ, ਸਵਾਮੀ ਰਾਮਾਨੰਦ ਜੀ ਦੀ ਮੰਡਲੀ ਸੀ, ਪੁੱਛਿਆ ਉਹਨਾਂ ਨੇ, ਕਿਹਨੂੰ ਮੰਨਦਾ ਤੂੰ, ਕਿਹੜਾ ਗੁਰੂ ਹੈ ਤੇਰਾ? ਕਹਿੰਦਾ ਜੀ ਮੇਰਾ ਤੇ ਗੁਰੂ ਕੋਈ ਨਹੀਂ, ਮੈਂ ਦੁਰਗਾ ਨੂੰ ਪੂਜਦਾ। ਬੜੇ ਨਾਰਾਜ਼ ਹੋਏ। ਕਹਿੰਦੇ ਜਿਹਨੇ ਗੁਰੂ ਹੀ ਨਹੀਂ ਧਾਰਿਆ ਉਹਨੇ ਕੀਤਾ ਕੀ ਜ਼ਿੰਦਗੀ ਦੇ ਵਿੱਚ ਆਣ ਕੇ। ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ, ਸਿੱਖਾਂ ਘਰ ਜੰਮ ਕੇ ਜੇ ਤੁਸੀਂ ਗੁਰੂ ਨਹੀਂ ਧਾਰਨ ਕਰਨਾ ਤੇ ਫਿਰ ਸਿੱਖ ਬਣਨ ਦਾ ਫਾਇਦਾ ਕੀ? ਸਿੱਖਾਂ ਦੇ ਘਰ ਜੰਮ ਕੇ ਬੰਦਾ ਬੇਅਮਰਤੀਆ ਹੀ ਮਰ ਜੇ, ਮੜੀਆਂ ਦੇ ਵਿੱਚ ਚਲੇ ਜੇ, ਇਹ ਤੋਂ ਮਾੜੀ ਗੱਲ ਕੀ ਹੈ? ਤਾਂ ਬੜੇ ਮਨ ਤੇ ਅਸਰ ਹੋਇਆ। ਸੰਤਾਂ ਨੇ ਕੁਝ ਨਹੀਂ ਕਿਹਾ ਪਰ ਮਨੋ ਮਨੀ ਬੜੀ ਦੁਖੀ ਹੋਏ। ਕਹਿੰਦੇ ਲੈ, ਪਰਮਾਤਮਾ ਨੂੰ ਛੱਡ ਕੇ ਦੁਰਗਾ ਨੂੰ ਪੂਜੀ ਜਾਂਦਾ, ਵੱਡਾ ਰਾਜਾ ਬਣਿਆ ਫਿਰਦਾ। ਸਮੁੰਦਰ ਨੂੰ ਛੱਡ ਕੇ ਬੂੰਦ ਨੂੰ ਪੂਜੀ ਜਾਂਦਾ ਹੈ, ਮੁੱਢ ਨੂੰ ਛੱਡ ਕੇ ਪੱਤੇ ਹੀ ਧੋਈ ਜਾਂਦਾ ਹੈ। ਮੁੱਢ ਹੈ ਨਹੀਂ ਤੇ ਕਹਿੰਦਾ ਦਰਖਤ ਫਲ ਮੈਨੂੰ ਮਿਲ ਜੇ। ਜਿੰਨਾ ਚਿਰ ਮੁੱਢ ਨਹੀਂ ਹੈ ਉਹਨਾਂ ਚਿਰ ਦਰਖਤ ਕਿੱਥੋਂ ਆ ਗਿਆ? ਤਾਂ ਮੂਲ ਨੂੰ ਹੀ ਛੱਡ ਕੇ ਟਾਹਣੀਆਂ ਹੀ ਪੂਜੀ ਜਾਂਦਾ ਹੈ। ਕਿਉਂ ਨਾ ਹੋਵੇ? ਇਹਨੂੰ ਪਰਮੇਸ਼ਰ ਨਾਲ ਜੋੜੀਏ, ਸਾਡਾ ਕੀ ਫਾਇਦਾ ਹੈ? ਵਾਹਿਗੁਰੂ ਨਾਲ ਜੋੜੀਏ। ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਉਚਾਰਨ ਕੀਤੀ ਆ, ਤਾਂ ਉਹਦੇ ਵਿੱਚ ਮਹਾਰਾਜ ਨੇ ਪ੍ਰਤੱਖ ਲਿਖਿਆ ਵਾ ਵੀ ਚੰਡੀ ਵੱਡੀ ਨਹੀਂ ਆ, ਚੰਡੀ ਨੂੰ ਪੈਦਾ ਕਰਨ ਵਾਲਾ ਵੱਡਾ ਹੈ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਰਾਮ ਵੱਡਾ ਨਹੀਂ ਆ, ਰਾਮ ਨੂੰ ਪੈਦਾ ਕਰਨ ਵਾਲਾ ਵੱਡਾ ਹੈ। ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦੈ ਸਿਰਕਾ। ਕ੍ਰਿਸ਼ਨ ਵੱਡਾ ਨਹੀਂ ਆ, ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਵੱਡਾ। ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਕਰਾਇਆ। ਤਾਕਤ ਤੇ ਪਿੱਛੋਂ ਆਉਂਦੀ ਆ ਨਾ। ਆ ਦੇਖੋ, ਆ ਸਪੀਕਰ ਆ, ਸੌਖੀ ਉਦਾਹਰਨ ਦਵਾਂ। ਸਪੀਕਰ ਆ, ਜੇ ਇਹ ਕਵੇ ਵੀ ਮੇਰੇ 'ਚ ਬੜੀ ਜਾਨ ਆ, ਮੈਂ ਬੜਾ ਬੋਲਦਾ, ਤੇ ਜੇ ਪਿੱਛੋਂ ਤਾਰ ਕੱਟੀ ਜਾਵੇ ਫੇਰ ਇਹ ਤਾਂ ਬੇਜਾਨ। ਇਹਨੇ ਕੀ ਕਹਿਣਾ? ਇੱਕ ਉਦਾਹਰਨ ਬਣਾ ਲਓ, ਉਸੇ ਵੇਲੇ ਗੁੰਗਾ ਹੋ ਜੂ। ਇਸੇ ਤਰ੍ਹਾਂ ਕੋਈ ਸਾਧੂ ਸੰਤ ਕਵੇ ਵੀ ਲੋਕ ਮੈਨੂੰ ਮੰਨਦੇ ਆ, ਮੈਨੂੰ ਸੁਣਦੇ ਆ। ਕੋਈ ਪ੍ਰਚਾਰਕ ਕਵੇ ਵੀ ਲੋਕ ਮੈਨੂੰ ਹੀ ਮੰਨਦੇ ਆ, ਮੈਨੂੰ ਹੀ ਸੁਣਦੇ। ਇਹਨੂੰ ਕਿਹੜਾ ਦੱਸੇ ਵੀ ਤੇਰੀ ਤਾਰ ਉਧਰ ਜੁੜੀ ਆ ਗੁਰੂ ਗ੍ਰੰਥ ਸਾਹਿਬ ਨਾਲ। ਜਿੱਦਣ ਕੱਟੀ ਗਈ ਤੂੰ ਵੀ ਧੱਕੇ ਖਾਂਦੇ ਫਿਰਨਾ, ਤੈਨੂੰ ਕਿਸੇ ਨੇ ਪੁੱਛਣਾ। ਸ਼ਕਤੀ ਪਿੱਛੋਂ ਆਉਂਦੀ ਆ, ਤਾਰ ਪਿੱਛੋਂ ਜੁੜੀ। ਅੱਜ ਕੱਲ ਦੇ ਪ੍ਰਚਾਰਕਾਂ ਨੂੰ ਨਾ ਭੁਲੇਖਾ ਪੈ ਗਿਆ। ਇਹ ਕਹਿੰਦੇ ਸਾਨੂੰ ਲੋਕ ਸੁਣਦੇ ਆ। ਜਦੋਂ ਤੂੰ ਬਾਣੀ ਨਹੀਂ ਸੀ ਪੜ੍ਹਦਾ, ਕਥਾ ਨਹੀਂ ਸੀ ਕਰਦਾ, ਕੀਰਤਨ ਨਹੀਂ ਸੀ ਕਰਦਾ, ਉਦੋਂ ਤੈਨੂੰ ਕੌਣ ਪੁੱਛਦਾ ਸੀ? ਓਏ, ਅਗਲੇ ਕਹਿੰਦੇ ਸੀ ਕਿਧਰ ਮੂੰਹ ਚੁੱਕਿਆ ਹੈ। ਹੁਣ ਕਿਹਦੇ ਕਰਕੇ ਤੈਨੂੰ ਉੱਚੀ ਸਟੇਜ ਤੇ ਬਾਇਆ ਜਾਂਦਾ, ਕੀਰਤਨ ਕਰਾਇਆ ਜਾਂਦਾ, ਬਾਣੀ ਪੜ੍ਹੀ? ਇਹ ਬਾਣੀ ਤੇ ਕੀਰਤਨ ਦੀ ਮਹਿਮਾ ਤੇਰੀ ਮਹਿਮਾ ਨਹੀਂ। ਤੇਰਾ ਸਰੀਰ ਤੇ ਹੱਡ ਚੰਮਦਾ ਬਣਿਆ ਕੀ ਆ ਤੇਰੇ ਸਰੀਰ 'ਚ? ਜਿਹੋ ਜਿਹਾ ਆਮ ਦੁਨੀਆ ਦਾ ਸਰੀਰ ਉਹੋ ਜਿਹਾ ਤੇਰਾ ਸਰੀਰ। ਤੈਨੂੰ ਭਾਈ ਸਾਹਿਬ ਜੀ, ਭਾਈ ਸਾਹਿਬ ਜੀ, ਸਿੰਘ ਸਾਹਿਬ ਜੀ ਕਹੀ ਜਾਂਦੇ, ਤੇ ਜੇ ਤੂੰ ਗੁਰੂ ਨਾਲ ਨਾ ਜੁੜਿਆ ਹੁੰਦਾ ਤੈਨੂੰ ਕਿੰਨੇ ਪੁੱਛਣਾ ਸੀ? ਅਗਲਾ ਕਹਿਣਾ ਸੀ ਪਛਾਣ ਹੋ ਗਾਂ ਨਾ ਹੋ ਮਹਾਰਾਜ ਦੇ ਸਰੂਪ ਲਾ ਕੇ ਨਾ। ਇਹ ਤਾਂ ਸੌਖੀ ਜੀ ਉਦਾਹਰਨ ਆ। ਸਪੀਕਰ ਕਵੇ ਵੀ ਮੈਂ ਬੜਾ ਮਿਰਚ ਬੜੀ ਜਾਨ ਆ, ਮੇਰੀ ਬੜੀ ਆਵਾਜ਼। ਇਹਨੂੰ ਕਿਹੜਾ ਦੱਸੇ? ਤਾਂ ਬੇਜਾਨ ਆ ਵੀ ਤੇਰੀ ਤਾਰ ਪਿੱਛੇ ਜੁੜੀ ਹੈ। ਇਸੇ ਤਰ੍ਹਾਂ ਸੰਤਾਂ, ਸਾਧੂਆਂ, ਪ੍ਰਚਾਰਕਾਂ ਦੀ ਜੇ ਤਾਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਰਹੂਗੀ ਤਾਂ ਠੀਕ ਆ। ਜੇ ਇਹਨਾਂ ਨੂੰ ਹੰਕਾਰ ਆ ਗਿਆ ਨਾ ਵੀ ਸ਼ਾਇਦ ਸਾਨੂੰ ਲੋਕ ਸੁਣਦੇ ਆ, ਤਾਂ ਪਰਮੇਸ਼ਰ ਬੜਾ ਬੇਅੰਤ ਆ। ਉਹ ਕੱਖਾਂ ਤੋਂ ਲੱਖਾਂ ਵਾਲੇ ਕਰ ਦਿੰਦਾ ਤੇ ਲੱਖਾਂ ਤੋਂ ਕੱਖਾਂ ਵਾਲੇ ਵੀ ਕਰਕੇ ਸੁੱਟ ਦਿੰਦਾ। ਉਹ ਥੱਲਿਓਂ ਚੁੱਕ ਕੇ ਉੱਤੇ ਵੀ ਵਢਾਉਂਦਾ ਤੇ ਉੱਤੋਂ ਚੁੱਕ ਕੇ ਥੱਲੇ ਵੀ ਲਾ ਕੇ ਮਾਰਦਾ ਅਗਲ ਟਿਕਾਣੇ ਲਿਆਉਣ ਵਾਲਾ। ਤਾਂ ਤਾਕਤ ਕਿੱਥੋਂ ਆਉਂਦੀ? ਤਾਕਤ ਪਿੱਛੋਂ ਪਰਮੇਸ਼ਰ ਦੀ। ਪਰ ਮਨ ਦੇ ਵਿੱਚ ਵਿਚਾਰ ਆਈ। ਦੇਖੋ, ਦੋ ਗੱਲਾਂ ਨੇ। ਆਪਾਂ ਜਦੋਂ ਮਹਾਰਾਜ ਅੱਗੇ ਅਰਦਾਸ ਕਰਦੇ ਆ, ਆਪਾਂ ਮੰਗਦੇ ਆ ਲੱਖਾਂ, ਸਾਰੇ ਹੀ ਮੰਗਦੇ ਆ। ਹੁਣ ਇਦਾਂ ਦਾ ਝੂਠ ਨਾ ਮਾਰਿਓ ਵੀ ਮੈਂ ਮੰਗਦਾ ਹੀ ਨਹੀਂ। ਆਪਾਂ ਮੰਗਦੇ ਆ ਲੱਖਾਂ। ਪਰ ਜੇ ਆਪਾਂ ਇਹਨੂੰ ਥੋੜਾ ਜਿਹਾ ਬਦਲ ਲਈਏ, ਆਪਾਂ ਇਦਾਂ ਕਰੀਏ ਵੀ ਆਪਾਂ ਲੱਖਾਂ ਛੱਡ ਕੇ ਲੱਖਾਂ ਦਾ ਪਤੀ ਮੰਗ ਲਈਏ।
देखो तुसी करोड़ां मंगो, करोड़ां भी मुक जाणगे, खाधे जाणगे। ते जे आपां करोड़ां पति मंग लीए, गुरु हरकृष्ण साहब नूं ही हिरदे 'च वसा लीए, ते करोड़ां रोज आया करनगे। तां तुसीं लखां क्यों मंगदे हैं? मन दे विच विचार आई भी दुर्गा नूं क्यों पूजदा, तूं रब नूं पूज जिੱਥੋਂ सारी शक्ति आउंदी है। ते फिर सच्चे मनों अरदास कीती। संगत दी अरदास प्रवान हुंदी है, नाम जपण वाले दी अरदास प्रवान हुंदी। संत तुझी तन संगत प्राण, संत प्रेम माजे दीजे देवा दे। परमेश्वर ने अरदास प्रवान की तां भगत राजा पीपा भगत पीपा किदां बन गया। एक रात अपनी राणी सीता दे नाल पिया शीश महल दे विच, अतर फुलेल आदਿਕ बड़ियां सुगंधियां दा आसन सी, बिस्तरा सी, शीश महल दे विच पिया सी। हुण देखो परमेश्वर ने जिन्नू जोड़ना आपदे नाल, संतां दी अरदास सी, संगत दी अरदास सी कि महाराज इहनूं जोड़ तोड़ के उधरों आपदे नाल जोड़ लो। रात एक सुपना आया, बड़ी भयानक शक्ल दिखी, बहुत डराउणी, जिवें लोग कहिंदे आ भी जमदूत इदां दे आ जां इहो जिहियां गल्लां आम सुणदे आपां डराउण वालीआं। तां सुपने दे विच इन्ना भयभीत हो गया, सुपने दे विच रौला पाउण लग पिया, बचा लो मैनूं मार देण लगा। दरवाजे अपने आप खुल गए शीश महल दे। वो डराउणी शक्ल सूरत लागे खड़ गई, मूँह दे विच बड़े वड्डे दंद हन, लहू वगदा है, अखां बड़ियां लाल हन, वाल खिलरे हन। वो आण के कहण लगे, गल सुण ला राजा, जे तू कल तो बाद दुर्गा दे मंदिर च गया जां ओदी पूजा कीती ते कल नूं तेरी मौत आ। अज तो बाद तू परमेश्वर तो बिना किसी नूं नहीं मनना। कुछ इदां लिखिया उन्हां दे जीवन च। रब ने जिन्हों मोड़ना है उन्होंने घर बैठिया ही मोड़ दिंदा है, जिन्हों तोड़ना है वो कई बारी बंदा जिन्ना नेड़े हुंदा उन्ना ही नास्तिक होई जांदा, जिन्ना महाराज दे लागे उन्ना ही नास्तिक जिहा हुंदा, आम जिहा हो जांदा ना, उहदे वास्ते रोज ही आउंदा है। तां उसे वेले इन्ना डरिया, सुपने च अख खुल गई, राणी नूं उठाया, मैं मर चलिया, कलेजा धड़कदा पिया सी, मुड़को मुड़की शरीर होया। वो रात ने राजे पीपे तो भगत पीपा बनाया। अरदास सी संगत दी, परमेश्वर दे प्यारिਆਂ ਦੀ। इदां दे विचार उन्हां दे जीवन दे विच आउंदे। बाकी जिहड़े भगत आ इन्हां दा जीवन लभदा नहीं, बहुत संखेप थोड़ा थोड़ा लभदा है। वो भी पुराने विद्वानां ने लिखिया, नविआं ने ते सिद्धी कथा ही अर्थ ही कीते, जीवन नहीं लिखिया है। तां उन्हां दा जीवन बदलिया। जाके सवेरे मंदिर दा पुजारी आया भी चलो पूजा दा टाइम हो गया, कहंदा नहीं हुण नहीं जाना है, हुण ओहदी पूजा करनी जिन्हें संसार नूं पैदा कीता, दुर्गा नूं भी बनाया। तां उन्हां संतां पास गया, भजन मंडली पास गया, परमेश्वर दे प्यारिਆਂ पास गया, बेनती कीती भी मैनू परमेश्वर दी भगती दा रस्ता दसो, परमात्मा दी भगती किदां करीदी। ਉਹ ਕਹਿੰਦੇ ਜੇ ਅਸੀਂ ਦੱਸਿਆ ਤੇ ਅਸਰ नहीं पैना, तू ਉਹਦੇ ਤੋਂ ਪੁੱਛ ਜਿੰਨੇ ਆਪ ਵੀ ਕੀਤੀ ਹੈ ਰੱਜ ਕੇ। ਕਿਉਂ ਜਦੋਂ ਉਹ ਦੱਸੂਗਾ ਉਹਦੇ ਨਾਲ ਕਿਰਪਾ ਵੀ ਆਉਂਦੀ ਆ, ਅਸੀਂ ਦੱਸਾਂਗੇ ਦੱਸ ਤਾਂ ਦੇਵਾਂਗੇ ਵੀ ਇਦਾਂ ਚੌਂਕੜਾ ਮਾਰ ਕੇ ਸਿਉਣ, ਪਰ ਉਹ ਕਿਰਪਾ ਨਹੀਂ ਆਉਂਦੀ, ਕਿਉਂ ਕਿਰਪਾ ਹੁੰਦੀ ਨਹੀਂ ਉਹਨਾਂ 'ਚ। ਉਹਨਾਂ ਤੋਂ ਪੁੱਛ। ਕਹਿੰਦੇ ਕੌਣ ਹਨ? ਕਹਿੰਦੇ ਸਵਾਮੀ ਰਾਮਾਨੰਦ। ਆਪ ਜਪੈ ਅਵਰਹਿ ਨਾਮ ਜਪਾਵੇ, ਐਸੀ ਕਿਰਪਾ ਸੀ ਉਹਨਾਂ। ਤਾਂ ਆਪਦੀ ਘਰ ਵਾਲੀ ਸੀਤਾ ਨੂੰ ਲੈ ਕੇ ਰਾਜ ਠਾਠ ਹਾਥੀ ਘੋੜੇ ਤੁਰ ਪਿਆ ਉਧਰ ਨੂੰ। स्वामी जी नूं भी पता लगा भी गगनौर दा राजा लभदा फिरदा मैनूं कांशी। आश्रम दे लागे हाथी घोड़े रथ फौज वेखी, चहल पहल वेखी। स्वामी जी वेख के कहंदे हूं राजा बन के आया, नाले मंगण आया ते नाले राजा बन के आउंदा। जे सड़क ते कोई खलोता होऊगा सोहणे कपड़े पा के, किते ऐ शनील दे वधिया कोट पैंट ठोक के, चंगा मोबाइल फड़िया होऊ, हत्थ छाप छल्ले पाए होऊ, 5-7 बंदे उहदे नौकर खड़े होणगे ते ओह तुहाडी कार लागे आके हत्थ कढ के मंगूगा, तुसीं कहोगे मखौल करदा, सानू ते तूं राजा लगदा, असीं मंगते लगदे।
जे मंगण चले हो तो फिर नीवें बन के चलो, जे कुछ लैना फिर नीवें बनो। सतगुरां ते स्पष्ट आख दिता है। महाराज की कहते हैं, सिमल रुख सरायरा अत दीर्घ अत मोचोए, जे आवे आस कर जाए निराशे के, त फल फिक्के फुल बक बके, कम ना आवे पत मिट नीवी नानका, गुण चंगियाइयां। सबको निवे आप को, पर को निवे ना कोए, धर तराजू तोलीए निवे सो गौरा। निवना पैंदा, इत्थे जे लैना ते निवना पैना। देखो महाराज दा तख्त उच्चा कादे वास्ते बनाया, असीं नीवें होके खड़े होके अरदास कर लईए, इत्थे ते निवना पैना। तां बेनती भेजी जी, राजा जी दर्शन करने चाहुंदे हन। फिर की आख्या स्वामी जी ने? कहंदे असीं गरीब हां, गरीबां दा राजिਆਂ नाल काहदा मेल है? ਉਹਨੂੰ ਕਹੋ ਕਿਸੇ ਰਾਜੇ ਨੂੰ ਮਿਲ ਜਾ ਕੇ, ਆਪਦੇ ਬਰਾਬਰ ਦੇ ਨੂੰ ਮਿਲ, ਕਿਸੇ ਮੰਦਰ ਚ ਮਹਿਲ ਜਾ ਕੇ ਰਾਜ ਲੀਲਾ ਕਰ। ਅਸੀਂ ਤੇ ਇੱਕ ਚਾਦਰ ਦੇ ਨਾਲ ਉਮਰ ਨਗਾਉਣ ਵਾਲੇ ਆ। ਰਾਜਾ ਸਮਝ ਗਿਆ ਵੀ ਬੜੀ ਵੱਡੀ ਗਲਤੀ ਹੋਈ। ਨਾਲੇ ਪਰਖਣਾ ਚਾਹੁੰਦੇ ਸੀ ਵੀ ਇਹਦਾ ਪ੍ਰੇਮ ਸੱਚਾ ਹੀ ਆ ਕਿ ਐਵੇਂ ਬਸ ਮਾੜਾ ਜਿਹਾ ਅਸਰ ਹੋ ਗਿਆ ਤੇ ਮੂੰਹ ਚੁੱਕ ਕੇ ਆ ਗਿਆ। ਕਿਉਂ? ਗੁਰੂ ਵਾਸਤੇ, परमात्मा वास्ते तीन चीजां देनियां पैंदियां, तन मन धन गृह सौंप शरीर। तन मन धन ते घर, कहंदे सारा कुछ सौंप दे परमेश्वर को। तां सब तो पहला उन्हां धन दी परख कीती भी वेने किड्डा क है। वो समझ गया, उन्हें उसे वेले हाथी घोड़े वापस भेज, माया जिहड़ी सी गरीबां दे विच वंड दित्ती। सीता नूं बड़ा जोर लाया, चली जा, बाकी सारियां चले गईयां, पर वो नहीं गई आपदे पति नूं छड्ड के। तीन कपड़े शरीर ढकण वास्ते उहदे कोले रह गए, ते इन्ने भी एक कपड़ा शरीर ते रह गया। सारा कुछ लुटा के पहली परख दे विच वो पास होया, धन भी परमेश्वर दा समझे। तां दूसरी परख कीती महाराज जी ने। फिर बेनती कीती, महाराज किरपा करो, दर्शन बख्शो, तरस करो, मेहर करो मेरे उत्ते। तां दूसरा हुक्म आया, फाटक बंद कराते स्वामी जी। कहंदे चलो वेखो इहदी तड़फ किन्नी है। फिर राजे पीपे दे मन दे विचों इदां बेनतियां निकलियां जिवें बाणी विच लिखिया, मेल लहो दयाल टह पए दुआरे, रख लेवो दीन दयाल भ्रमत बहु हारिया। भगत वछल तेरा बिरद हर पतत उधारिया, तुझ बिन ना ही कोय बिनो मोए सारिया, कर गए लेहो दयाल सागर संसार। इदां बेनतियां निकलियां। फिर मेरे सतगुरा मैं तुझ बिन अवर न को। इदां फिर वराग करन लगा, रोण लगा। तां उत्थे फिर साध संगत जी, महाराज जी ने आख्या, उन्होंने कहो जी इन्ना ही काला ते जा खूह च छाल मार दे। क्यों? मुर्दा होए मुरीद तो गुर गोर समावे। जिन्ना चिर सिख मरदा नहीं, मन नूं मारदा नहीं, कहंदे उन्ना चिर गुरु दे कोल उहदे वास्ते जगह नहीं। कबर च तां ही पऊगा ना जे मरूगा, जिउंदे भी कदी कबर च पए हैं। तां जिन्ना चिर जीवत भा तो मरदा नहीं, उन्ना चिर उत्थे पैंदा नहीं। तां उन्हां परखिया, फिर दूसरी वारी परखिया। तां उसे वेले खूह लभण वास्ते भज पिया, खूह दे विच छाल मार दी। तां परमात्मा दी बख्शिश द्वारा स्वामी जी ने जान लिया भी इहदा प्रेम सच्चा है। घर वाली भी पिछे पिछे भजी फिरे, पर महाराज दे जेड़े नाम जपदे महाराज उन्हां नूं इदां मर दिंदा है किते। श्री गुरु नानक देव साहब नूं भाई मरदाना जी कहंदे मर गए भुखे। महाराज कहंदे जे तू ही मर गया मेरे नाल दा भुखा, ते बाकी दुनिया नूं मैं की दूंगा जिहड़ी रोज अरदासां कर करके मंगदी। जे तू ही मर गया मेरे पास, तां महाराज किथे मर दिंदा परमेश्वर वाहिगुरू। तां कस कसवट्टी सहस पाओ नदर सराफ वन्नी सा चढ़ा। वो ते कसवट्टी ला के परखदे पए सी भी प्रेम सच्चा है कि झूठा है।
ਤਾਂ ਐਸੀ ਅਵਸਥਾ ਕਹਿੰਦੇ ਭਗਤ ਪੀਪਾ ਜੀ ਦੀ ਉੱਥੇ ਬਣ ਗਈ। ਮਹਾਰਾਜ ਕਹਿੰਦੇ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰ ਕਿਉਂ ਕਰ ਤ੍ਰਿਪਤਾਵੇ, ਨਾਦ ਕਰੰਕੈ ਵਿਦਿਆ ਸਨਮੁਖ ਉੜਤਾਵੇ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਵਧਾਵੇ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ, ਫਿਰ ਇਦਾਂ ਤੜਫਿਆ। ਉਹਨਾਂ ਜਾਣ ਲਿਆ ਵੀ ਇਹਦਾ ਪ੍ਰੇਮ ਸੱਚਾ ਹੈ। ਕਿਉਂ ਮਹਾਤਮਾ ਗੁਰੂ ਲੋਕ ਜਿਹੜੇ ਹਨ ਇਹ ਸੱਚਾ ਪ੍ਰੇਮ ਦੇਖ ਕੇ ਖੁਸ਼ ਹੁੰਦੇ ਹਨ। ਸੱਚਾ ਪ੍ਰੇਮ ਪਰਮੇਸ਼ਰ ਦੀ ਪ੍ਰਾਪਤੀ ਕਰਦਾ ਹੈ। ਪਰਮਾਤਮਾ ਮਿਲਣ ਨੂੰ ਤਿਆਰ ਹੈ, ਪਰ ਸੱਚਾ ਪ੍ਰੇਮ ਨਹੀਂ ਹੈ ਕਿਸੇ ਵਿੱਚ। ਸੱਚੀ ਗੱਲ ਹੈ। ਦੇਖੋ ਅਜੇ ਤੱਕ ਜੇ ਆਪਾਂ ਨੂੰ ਨਹੀਂ ਮਿਲਿਆ, ਇਹਦਾ ਮਤਲਬ ਆਪਣੇ 'ਚ ਕੋਈ ਕਮੀ ਆ, ਕੋਈ ਘਾਟ ਆ। ਮੰਨੋ ਭਾਵੇਂ ਨਾ ਮੰਨੋ, ਉਦਾਂ ਤੇ ਆਪਣੇ ਆਪ ਨੂੰ ਆਪਾਂ ਸਭ ਤੋਂ ਚੰਗੇ ਸਮਝਦੇ। ਜਿਵੇਂ ਪਰਸੋਂ ਬੇਨਤੀ ਕੀਤੀ ਸੀ ਨਾ, ਕੱਲ ਬੇਨਤੀ ਕੀਤੀ ਸੀ ਸਿੱਖਾਂ ਦਾ ਮਨ ਨੀਵਾਂ। ਹੁਣ ਪਤਾ ਕੀ ਆ, ਮਨ ਉੱਚਾ ਤੇ ਮੱਤ ਗਿੱਟਿਆਂ 'ਚ, ਅਕਲ ਗਿੱਟਿਆਂ 'ਚ ਚਲੇ ਗਈ। ਇਹ ਗੁਰੂ ਨੂੰ ਮਤਾਂ ਦੇਣ ਲੱਗ ਪਿਆ ਵੀ ਤੂੰ ਗਲਤ ਲਿਖਿਆ, ਅਸੀਂ ਸਹੀ ਕਰਾਂਗੇ। ਤੈਨੂੰ ਨਹੀਂ ਪਤਾ ਪੰਜ ਕਕਾਰ ਨਹੀਂ ਸੀ ਬਣਾਉਣੇ, ਤੂੰ ਬਹੁਤ ਗਲਤੀ ਕਰਤੀ, ਸੌਖਾ ਜਿਹਾ ਕੰਮ ਰੱਖਣਾ। ਹੁਣ ਇਹ ਮੱਤ ਗਿੱਟਿਆਂ 'ਚ ਚਲੇ ਗਈ ਹੈ, ਅਕਲ ਗਿੱਟਿਆਂ ਦੇ ਵਿੱਚ ਪਈ ਹੈ ਜਾ ਕੇ। ਤਾਂ ਆਪਣੇ ਆਪ ਨੂੰ ਸਾਰੇ ਹੀ ਚੰਗਾ ਸਮਝਦੇ ਹਨ, ਸਾਰੇ ਹੀ ਵਧੀਆ ਖਾਉਂਦੇ ਹਨ। ਪਰ ਇਹ ਗੱਲ ਤੁਸੀਂ ਮੰਨ ਕੇ ਚੱਲੋ ਵੀ ਜੇ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਤੁਹਾਡੇ 'ਚ ਕੋਈ ਕਮੀ ਆ, ਤੁਸੀਂ ਮੰਨੋ ਭਾਵੇਂ ਨਾ। ਜੇ ਮੈਨੂੰ ਅਜੇ ਤੱਕ ਨਹੀਂ ਮਿਲਿਆ ਤੇ ਮੇਰੇ 'ਚ ਕੋਈ ਕਮੀ। ਤਾਂ ਸੱਚਾ ਪ੍ਰੇਮ ਜਿਹੜੇ ਭਾਈ ਕਨ੍ਹਈਆ ਸਾਹਿਬ ਜੀ ਸਨ, ਇਹ ਜਦੋਂ ਇਹਨਾਂ ਸੁਰਤ ਸਾਂਭੀ ਤੇ ਭਾਈ ਨਨੂਆ ਜੀ ਦੀ ਸੰਗਤ ਕਰਦੇ ਸੀ, ਬੜੀ ਸੇਵਾ ਕੀਤੀ ਛੋਟੀ ਉਮਰ ਦੇ ਵਿੱਚ। ਜਿਵੇਂ ਇੱਥੇ ਰਾਤ ਨੂੰ ਆਪਣੇ ਪਚੰਗੀ ਆ ਕੇ ਗੁਰਸਿੱਖ ਆ ਕੇ ਸੁਖਾਸਨ ਵੇਲੇ ਬੜੀ ਸੇਵਾ ਕਰਦੇ ਨੇ, ਅੰਮ੍ਰਿਤ ਵੇਲੇ ਵੀ ਸੇਵਾ ਕਰਦੇ। ਉਹਨਾਂ ਵੀ ਬੜੀ ਸੇਵਾ ਕੀਤੀ ਭਾਈ ਨਨੂਆ ਸਾਹਿਬ। ਤਾਂ ਟਹਿਲ ਕਰਦੇ, ਹਰੀ ਜਸ ਸੁਣਦੇ। ਤਾਂ ਥੋੜਾ ਟਾਈਮ ਬੀਤਿਆ ਤੇ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਗਿਆ ਭਾਈ ਕਨ੍ਹਈਆ ਸਾਹਿਬ। ਇੱਕ ਦਿਨ ਹੱਥ ਜੋੜ ਕੇ ਭਾਈ ਨਨੂਆ ਜੀ ਦੇ ਅੱਗੇ ਖੜ ਗਏ। ਨਨੂਆ ਕਹਿੰਦੇ ਜਿਹੜਾ ਛੇਤੀ ਜੰਪੇ, ਜਿਹੜਾ ਟਾਈਮ ਤੋਂ ਪਹਿਲਾਂ ਜੰਪੇ ਨਾ ਬੱਚਾ, ਉਹਨੂੰ ਨਨੂਆ ਕਹਿ ਦਿੰਦੇ। ਉਹਨਾਂ ਦਾ ਨਾਂ ਸੀ ਭਾਈ ਨਨੂਆ ਸਾਹਿਬ। ਤਾਂ ਉਹਨਾਂ ਅੱਗੇ ਬੇਨਤੀ ਕੀਤੀ, ਹੱਥ ਜੋੜ ਕੇ ਖੜੇ ਹੋ ਗਏ ਤੇ ਨੇਤਰਾਂ 'ਚੋਂ ਜਲ ਚਲਿਆ ਜਾਵੇ। ਔਰ ਬੇਨਤੀ ਕੀਤੀ, ਮਹਾਰਾਜ ਮੈਨੂੰ ਗੋਬਿੰਦ ਜੀ ਦੀ ਪ੍ਰਾਪਤੀ ਕਦੋਂ ਹੋਵੇ, ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਕਦੋਂ ਹੋਵੇਗੀ। ਛੋਟੀ ਜੀ ਉਮਰ 'ਚ ਭਾਈ ਕਨ੍ਹਈਆ ਸਾਹਿਬ ਇਹੋ ਜੀ ਪ੍ਰੀਤ ਵੇਖ ਕੇ ਸੰਤ ਬਹੁਤ ਪ੍ਰਸੰਨ ਹੋਏ। ਕਿਉਂ? ਜਿਹਦੇ ਮਨ ਦੇ ਵਿੱਚ ਪਰਮੇਸ਼ਰ ਦਾ ਪ੍ਰੇਮ ਹੈ, ਉਹ ਬੰਦਾ ਦੁਨੀਆ 'ਚ ਦੁਰਲੱਭ ਆ। ਬੜੀ ਦੁਨੀਆ ਮਿਲ ਜਾਂਦੀ, ਪਰ ਐਸਾ ਸੱਚਾ ਪ੍ਰੇਮੀ ਅਜੇ ਤੱਕ ਕਿਸੇ ਨੂੰ ਨਹੀਂ ਮਿਲਿਆ। ਤੇ ਲਾਗੇ ਬਿਠਾ ਕੇ ਗਲ ਵਕੜੀ 'ਚ ਲੈ ਕੇ ਸਿਰ ਤੇ ਹੱਥ ਫੇਰ ਲੱਗੇ। ਕਹਿੰਦੇ ਜੇ ਇਦਾਂ ਦਾ ਪ੍ਰੇਮ ਸਾਰੀ ਉਮਰ ਰੱਖੇਗਾ ਤੇ ਫੇਰ ਮਿਲੂਗਾ। ਪ੍ਰੇਮ ਪੈਦਾ ਹੁੰਦਾ, ਕਈ ਵਾਰੀ ਸ਼ਬਦ ਸੁਣਿਆ ਅੱਖਾਂ 'ਚੋਂ ਪਾਣੀ ਵਗਦਾ ਹੈ, ਪਰ ਬਾਹਰ ਜਾ ਕੇ ਫੇਰ ਉਹੋ ਹੀ ਹਾਲ ਹੋ ਜਾਂਦਾ। ਕਥਾ ਸੁਣ ਕੇ ਜੀ ਕਰਦਾ ਅੱਜ ਤੋਂ ਬਾਅਦ ਭਜਨ ਸਿਮਰਨ ਕਰਾਂਗੇ, ਪਰ ਫੇਰ ਉਹ ਕੰਮ ਹੀ ਕਰੀਦੇ। ਤਾਂ ਉਹਦਾ ਮਤਲਬ ਪਤਾ ਕੀ ਹੁੰਦਾ ਵੀ ਹਿਰਦੇ 'ਚ ਪੂਰਨ ਪ੍ਰੇਮ ਨਹੀਂ ਆ। ਜਦੋਂ ਪੂਰਨ ਪ੍ਰੇਮ ਜਾਗ ਪਿਆ, ਪੂਰਨ ਪ੍ਰੇਮ ਪ੍ਰਤੀਤ ਸਜੈ, ਫਿਰ ਹੋਰ ਕਿਸੇ ਨੂੰ ਤੁਸੀਂ ਮੰਨਣਾ ਹੀ ਨਹੀਂ। ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨ। ਤਾਂ ਐਸੀ ਅਵਸਥਾ ਬਣ ਜਾਂਦੀ। ਤਾਂ ਜਦੋਂ ਉਹਨਾਂ ਪੂਰਨ ਪ੍ਰੇਮ ਦੇਖਿਆ ਤੇ ਸਿਰ ਤੇ ਹੱਥ ਫੇਰਿਆ, ਕਹਿੰਦੇ ਜੇ ਇਦਾਂ ਦਾ ਹੀ ਸਾਰੀ ਉਮਰ ਰੱਖੇਗਾ ਤਾਂ ਮਿਲ ਜਾਵੇ। ਤਾਂ ਸੰਤ ਪ੍ਰੇਮ ਵੇਖ ਕੇ ਖੁਸ਼ ਹੁੰਦੇ। ਕਿਉਂ? ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰ। ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਹੈ ਜਿਹੜਾ ਅਸਲੀ ਮਿਲਣਾ ਚਾਹੁੰਦਾ ਹੈ, ਉਹਦੇ ਪਾਸ ਬਾਕੀ ਦੁਨੀਆ ਦੇ ਕੰਮ ਕਰਨ ਵਾਸਤੇ ਆਉਂਦੇ। ਐਸਾ ਬਾਣੀ ਦੇ ਵਿੱਚ ਲਿਖਿਆ। ਨਾਲੇ ਬਾਬਾ ਜੀ ਨੇ ਕਹਿਣਾ, ਫਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪ੍ਰੀਤ। ਦੁਨੀਆ ਦੀ ਪ੍ਰੀਤੀ ਪਤਾ ਰੱਬ ਨਾਲ ਕਿਦਾਂ ਚੋਪੜੀ। ਇਹਦੇ ਮਤਲਬ ਤਾਂ ਕਈ ਨਿਕਲਦੇ ਮੈਨੇ ਵਿਖਾਵੇ ਦੀ। ਜਿਵੇਂ ਰੋਟੀ ਉੱਤੋਂ ਚੋਪੜੀ ਹੁੰਦੀ ਆ, ਵਿੱਚ ਕੀ ਆ? ਕੱਖ ਵੀ ਨਹੀਂ। ਇਸੇ ਤਰ੍ਹਾਂ ਉੱਤੋਂ ਪ੍ਰੇਮ ਮਹਾਰਾਜ ਜੀ ਮਹਾਰਾਜ ਜੀ ਮਹਾਰਾਜ ਜੀ ਤੇ ਅੰਦਰੋਂ ਕੱਖ ਵੀ ਨਹੀਂ। ਦੁਨੀਆ ਦੀ ਪ੍ਰੀਤੀ ਇਸ ਕਰਕੇ ਇਦਾਂ ਦੀ, ਇਸ ਕਰਕੇ ਕਹਿੰਦੇ ਦਰਵੇਸ਼ੀ ਨਹੀਂ ਕਰ ਸਕਦੇ।
बड़ी गाखड़ी औखी है। ਤਾਂ ਸਾਧ ਸੰਗਤ ਜੀ ਭਗਤ ਪੀਪਾ ਸਾਹਿਬ ਜੀ ਨੂੰ ਫਿਰ ਸਵਾਮੀ ਰਾਮਾਨੰਦ ਜੀ ਨੇ ਉਪਦੇਸ਼ ਦਿੱਤਾ। ਫਿਰ ਰਾਜੇ ਬਣ ਕੇ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ। ਇਹਨਾਂ ਦਾ ਜੀਵਨ ਬੜਾ ਵੱਡਾ ਹੈ। ਇਹਨਾਂ ਦੀ ਘਰ ਵਾਲੀ ਸੀਤਾ ਦੀ ਮਹਾਰਾਜ ਨੇ 2 ਵਾਰੀ ਰੱਖਿਆ ਕੀਤੀ। ਭੋਲੇ ਏਡੇ ਸੀ, ਇੰਨਾ ਮਨ ਸੁੱਧ ਹੋ ਚੁੱਕਾ ਸੀ। ਭੋਲੇ ਭਾਏ ਮਿਲੇ ਰਗਰਾਇਆ ਵਾਲੀ ਗੱਲ। ਇੱਕ ਵਾਰੀ ਪੁੱਛਿਆ ਮਹਾਰਾਜ ਕਿੱਥੇ ਰਹਿੰਦਾ? ਕਹਿੰਦੇ ਪਾਣੀ 'ਚ ਰਹਿੰਦਾ। ਨਦੀ ਕੰਢੇ ਬੈਠੇ ਸੀ, ਦਰਿਆ 'ਚ ਰਹਿੰਦਾ ਹੈ। ਉਸੇ ਵੇਲੇ ਪਾਣੀ 'ਚ ਛਾਲ ਮਾਰਤੀ। ਇੰਨਾ ਪ੍ਰੇਮ ਸੀ ਵੀ ਮੈਂ ਮਹਾਰਾਜ ਨੂੰ ਮਿਲਣਾ ਹੈ, ਗੋਬਿੰਦ ਜੀ ਨੂੰ ਮਿਲਣਾ ਹੈ। ਇੰਨਾ ਪ੍ਰੇਮ ਹੋਵੇ ਤੇ ਫਿਰ ਮਿਲਦਾ ਹੈ। ਵਾਹਿਗੁਰੂ ਪਰਮੇਸ਼ਰ ਡੁੱਬਣ ਦਿੰਦਾ ਹੈ, ਜਿਹੜੇ ਉਹਨੂੰ ਮਿਲਣ ਉਹਨਾਂ ਨੂੰ ਮਰਨ ਦਿੰਦਾ ਹੈ। ਉਹਦਾ ਮਤਲਬ ਤਾਂ ਇਹ ਹੁੰਦਾ ਬਸ ਡੁੱਬ ਜਾਓ, ਖੁੱਭ ਜਾਓ ਨਾਮ ਸਿਮਰਨ 'ਚ, ਫੇਰ ਮਿਲੂਗਾ। ਇਹੀ ਪਾਣੀ 'ਚ ਡੁੱਬਣਾ ਹੁੰਦਾ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਪਾਣੀ 'ਚ ਸਮਾ ਗਏ, ਡੁੱਬ ਗਏ ਵੇਈ ਨਦੀ 'ਚ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਤੁਸੀਂ ਬਾਣੀ 'ਚ ਡੁੱਬ ਜਾਓ, ਨਾਮ 'ਚ ਡੁੱਬ ਜਾਓ, ਤੁਹਾਨੂੰ ਪਰਮੇਸ਼ਰ ਮਿਲ ਜਾਊਗਾ, ਵਾਹਿਗੁਰੂ ਮਿਲ ਜਾਊਗਾ। ਐਸੇ ਭੋਲੇ ਸੀ ਤੇ ਪਰਮਾਤਮਾ ਉੱਤੇ ਯਕੀਨ ਇਦਾਂ ਦਾ ਸੀ, ਕਹਿੰਦੇ ਸੀ ਆਪੇ ਪਰਮੇਸ਼ਰ ਭੇਜੂਗਾ, ਵਾਹਿਗੁਰੂ ਭੇਜੂਗਾ। ਔਰ ਇਹਨਾਂ ਦੇ ਜੀਵਨ ਦੇ ਹੋਰ ਵੀ ਬੜੇ ਬਚਨ ਹਨ। ਇੱਕ ਵਾਰੀ ਯਾਤਰਾ ਕਰਦੇ ਪਏ ਸੀ, ਦੋਵੇਂ ਘਰ ਵਾਲੀ ਤੇ ਘਰ ਵਾਲਾ ਨਾਲ, ਕੋਈ ਨਹੀਂ, ਸਾਦੇ ਕੱਪੜੇ। ਤਾਂ ਮਸਤਕ ਇਹਨਾਂ ਦਾ ਬੜਾ ਜਗਦਾ ਸੀ, ਪ੍ਰਕਾਸ਼ ਸੀ ਬੰਦਗੀ ਕਰਕੇ ਪਰਮੇਸ਼ਰ ਦੀ। ਰਾਹ ਦੇ ਵਿੱਚ ਚੋਰਾਂ ਤੇ ਡਾਕੂਆਂ ਨੇ ਘੇਰ ਲਿਆ ਵੀ ਜਿੰਨੇ ਪੈਸੇ ਆ ਕੱਢ ਕੇ ਰੱਖਦੇ, ਨਹੀਂ ਤੇ ਜਾਨੋਂ ਮਾਰਾਂਗੇ। ਐਸੇ ਨਾਮ ਵਿੱਚ ਖੁੱਭ ਗਏ ਸੀ ਇਹ ਭਗਤ ਪੀਪਾ ਜੀ। ਰਾਜਿਆਂ ਘਰ ਜੰਮੇ, ਰਾਜੇ ਸੀ, ਰਾਜਪੂਤ। ਪਤਾ ਕੀ ਕਹਿਣ ਲੱਗੇ? ਕਹਿੰਦੇ ਸਾਡੇ ਪਾਸ ਹੋਰ ਕੁਝ ਤਾਂ ਨਹੀਂ ਆ, ਨਾਮ ਰੂਪੀ ਧਨ ਆ, ਤੁਸੀਂ ਵੀ ਲੁੱਟ ਲਓ। ਕਬੀਰ ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ। ਫਿਰ ਪਾਛੇ ਪਛਤਾਓਗੇ ਜਾਂ ਪ੍ਰਾਣ ਜਾਹੇਂਗੇ। ਉਹਨਾਂ ਦੇ ਇੰਨਾ ਅਸਰ ਹੋਇਆ ਵੀ ਇਹ ਕਿੱਦਾਂ ਦਾ ਬੰਦਾ ਹੈ। ਕਹਿੰਦਾ ਨਾਮ ਲੁੱਟੋ, ਚੌਂਕੜਾ ਮਾਰ ਕੇ ਬਹਿ ਗਏ। ਕਹਿੰਦੇ ਲੁੱਟੀ ਦਾ, ਕਹਿੰਦਾ ਕਿੱਦਾਂ? ਕਹਿੰਦੇ ਸਾਹਮਣੇ ਚੌਂਕੜੇ ਮਾਰ ਕੇ ਬਹਿ ਕੇ ਜਪੋ ਸਤਨਾਮ ਸ੍ਰੀ ਵਾਹਿਗੁਰੂ, ਇਦਾਂ ਲੁੱਟੀ ਦਾ। ਤਾਂ ਇਹ ਅਖੀਰਲੀ ਅਵਸਥਾ, ਕਹਿੰਦੇ ਉਮਰ ਬਹੁਤ ਵੱਡੀ ਹੋਈ ਇਹਨਾਂ ਦੀ, 136 ਸਾਲ ਉਮਰ ਹੋਈ ਹੈ। ਪਰ ਇਹਨਾਂ ਦੇ ਮਾਤਾ ਪਿਤਾ ਦਾ ਜਾਂ ਦੇਹਾਂਤ ਦਾ ਪੂਰਾ ਪਤਾ ਨਹੀਂ ਲੱਗਦਾ ਵੀ ਇਹਨਾਂ ਨੇ ਸਰੀਰ ਕਦੋਂ ਛੱਡਿਆ। ਪੁਰਾਣੇ ਜੀਵਨ ਬਹੁਤ ਘੱਟ ਲਿਖੇ ਜਾਂਦੇ ਸੀ, ਜ਼ੁਬਾਨੀ ਸੁਣਾਈ ਜਾਂਦੇ ਸੀ, ਲਿਖਣ ਦਾ ਰਿਵਾਜ ਤੇ ਹੁਣ ਹੀ ਪਿਆ ਹੈ। ਤਾਂ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ 'ਚ ਅਖੀਰਲੇ ਸਮੇਂ ਪਹੁੰਚੇ। ਤਾਂ ਫਿਰ ਇਹ ਸ਼ਬਦ ਉਚਾਰਨ ਕੀਤਾ ਸੀ ਮਹਾਰਾਜ ਜੀ ਨੇ। ਆਓ ਇਸ ਸ਼ਬਦ ਦੀ ਵਿਚਾਰ ਕਰ ਲਈਏ। ਪਹਿਲਾ ਬੰਦ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ। ਇਹ ਵੀ ਹੁੰਦਾ ਵੀ ਕੀ ਆ, ਕਿਆ, ਕਾਇਓ ਦਾ ਅਰਥ ਕਿਆ, ਜਿਹਨੂੰ ਆਪਾਂ ਕਹਿ ਦਿੰਦੇ ਕੀ ਆ, ਕੁਝ ਵੀ ਨਹੀਂ। ਜਾਂ ਕਾਇਓ ਦਾ ਅਰਥ ਹੁੰਦਾ ਕਾਇਆ ਵਾਲਾ, ਸਰੀਰ ਵਾਲਾ। ਸਰੀਰ ਨਹੀਂ, ਸਰੀਰ ਦੇ ਵਿੱਚ ਸਰੀਰ ਵਾਲਾ, ਉਹੀ ਦੇਵਾ ਹੈ, ਦੇਵਤਾ ਹੈ। ਤੇ ਦੇਵਲ ਕਹਿੰਦੇ ਇੱਟ ਚੂਨੇ ਦੇ ਬਣੇ ਮੰਦਰ ਤੋਂ। ਸਰੀਰ ਦੇ ਵਿੱਚ ਜਿਹੜਾ ਸਰੀਰ ਵਾਲਾ, ਕਾਇਆ ਵਾਲਾ ਆਤਮਾ ਹੀ ਪਰਮਾਤਮਾ, ਉਹੀ ਮੰਦਰ ਆ, ਸਰੀਰ ਹੀ ਮੰਦਰ ਆ। ਜਿਵੇਂ ਮੰਦਰ ਦੇ ਵਿੱਚ ਪਰਮਾਤਮਾ ਕਹਿੰਦੇ ਰਹਿੰਦਾ ਹੈ, ਪਰ ਉੱਥੇ ਤੇ ਪਾਣੀ ਤੇ ਪੱਥਰ ਹੈ। ਇਸੇ ਤਰ੍ਹਾਂ ਬੰਦੇ ਦੇ ਸਰੀਰ ਦੇ ਵਿੱਚ ਕਹਿੰਦੇ ਪਰਮਾਤਮਾ ਰਹਿੰਦਾ ਹੈ। ਕਾਇਓ ਜੰਗਮ ਜਾਤੀ, ਤੇ ਜੰਗਮ ਕਹਿੰਦੇ ਹਨ ਉਹ ਜਿਹੜੇ ਸਿਰ ਤੇ ਮੋਰ ਦੇ ਖੰਭ ਜੇ ਲਾਈ ਫਿਰਦੇ ਹੁੰਦੇ ਆ, ਟੱਲੀਆਂ ਜੀਆਂ ਵਜਾਉਂਦੇ ਫਿਰਦੇ। ਸ਼ਿਵ ਜੀ ਦਾ ਤੇ ਪਾਰਵਤੀ ਦਾ ਵਿਆਹ ਨਹੀਂ ਗਾਉਂਦੇ ਹੁੰਦੇ, ਬੋਦੀ ਜੀ ਲਾਈ ਹੁੰਦੀ ਸਿਰ ਤੇ, ਉਹਨਾਂ ਨੂੰ ਜੰਗਮ ਕਹਿ ਦਿੰਦੇ ਆ। ਜੰਗਮ ਭੇਖ ਵਿੱਚ ਸਥਿਤ ਹੋ ਕੇ ਜਿਹੜੀ ਯਾਤਰਾ ਕਰਨੀ, ਇਹ ਕੀ ਆ? ਕੁਝ ਵੀ ਨਹੀਂ। ਜਾਂ ਕਾਇਓ, ਸਰੀਰ ਵਿੱਚ ਜੋ ਆਤਮਾ, ਉਹੋ ਹੀ ਪਰਮਾਤਮਾ, ਉਹੋ ਹੀ ਦੇਵਾ ਹੈ, ਉਹੋ ਹੀ ਮੰਦਰ ਹੈ, ਤੇ ਉਹੋ ਹੀ ਜੰਗਮ ਹੈ, ਉਹੋ ਹੀ ਯਾਤਰਾ ਕਰਨੀ। ਕਾਇਓ ਧੂਪ ਦੀਪ ਨਹੀਂ ਵੇਦਾ ਕਾਇਓ ਪੂਜੋ ਪਾਤੀ। ਧੂਪ ਦਿਖਾਉਣਾ, ਦੀਪ ਦੀਵੇ ਬਾਲ ਕੇ ਆਰਤੀ ਕਰਨੀ, ਨਹੀਂ ਵੇਦਾ ਗੁੜ ਆਦਿਕ ਮਿੱਠਾ, ਨਹੀਂ ਵੇਦ ਅਰਪਣ ਕਰਨਾ, ਭੋਗ ਲਵਾਉਣਾ। ਇਹ ਕਾਇਓ ਕੀ ਹਨ?
ਕੀ ਹੁੰਦਾ ਇਹਨਾਂ ਦੇ ਨਾਲ? ਕਹਿੰਦੇ ਕੁਝ ਨਹੀਂ ਹੁੰਦਾ। ਕਾਇਓ ਪੂਜੋ ਪਾਤੀ, ਤੇ ਪਾਤੀ ਮੈਨੇ ਪੱਤੇ, ਤੁਲਸੀ ਦੇ ਪੱਤੇ ਲੈ ਕੇ ਠਾकुर जी ਦੀ ਪੂਜਾ ਕਰਨੀ ਕੀ ਹੈ ਜੇਕਰ ਪ੍ਰੇਮ ਹੀ ਨਹੀਂ। ਬਾਹਰਲੀ ਪੂਜਾ ਬੰਦੇ ਨੂੰ ਅੰਤਰਮੁਖ ਕਰਦੀ ਆ, ਅੰਦਰ ਲੈ ਕੇ ਆਉਂਦੀ ਆ। ਅੰਤਰਮੁਖ ਹੋਇਆ ਨਹੀਂ, ਸਾਰੀ ਉਮਰ ਬਾਹਰਲੀ ਕਿਰਿਆ ਕਰੀ ਜਾਂਦਾ। ਕਹਿੰਦੇ ਕੀ ਹੈ? ਕੁਝ ਵੀ ਲਾਭ ਨਹੀਂ। ਬਾਹਰਲੇ ਸਿਮਰਨ ਨੇ ਅੰਦਰਲਾ ਸਿਮਰਨ ਪ੍ਰਗਟ ਕਰਨਾ ਹੈ, ਬਾਹਰਲੇ ਅੰਮ੍ਰਿਤ ਨੇ ਅੰਦਰਲਾ ਅੰਮ੍ਰਿਤ ਪ੍ਰਗਟ ਕਰਨਾ ਹੈ। ਬਾਹਰਲੀ ਆਰਤੀ ਨੇ ਅੰਦਰਲੀ ਆਰਤੀ ਨਾਲ ਜੋੜਨਾ, ਜਿਹੜੀ 24 ਘੰਟੇ ਹੋਈ ਜਾਂਦੀ, ਆਪਣੇ ਆਪ ਹੀ ਗਗਨਮੈ ਥਾਲ ਰਵ ਚੰਦ ਦੀਪਕ ਬਨੇ, ਕਰਨ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਹੋਈ ਜਾਂਦੀ। ਤਾਂ ਬਾਹਰਲੀ ਜਿੰਨੀ ਕਿਰਿਆ ਉਹ ਅੰਤਰਮੁਖ ਕਰਦੀ ਹੈ। ਹੁਣ ਅੰਤਰਮੁਖ ਹੋਏ ਨਹੀਂ ਆ, ਅੰਦਰ ਗਏ ਨਹੀਂ ਆ, ਬਾਹਰ ਹੀ ਫਸੇ ਫਿਰਦੇ। ਕਹਿੰਦੇ ਕੀ ਆ ਕਰੀ ਜਾ ਸਾਰੀ ਉਮਰ, ਕੀ ਫਰਕ ਪੈਂਦਾ? ਕੋਈ ਫਰਕ ਨਹੀਂ ਪੈਂਦਾ। ਜਾਂ ਸਰੀਰ ਦੀ ਖੋਜ ਕਰਨੀ, ਸਰੀਰ ਦੇ ਵਿੱਚ ਜਿਹੜੀ ਆਤਮਾ ਦੀ ਖੋਜ ਕਰਨੀ, ਉਹ ਅਸਲੀ ਦੇਵਤਾ, ਉਹਨੂੰ ਲੱਭੋ। ਸਰੀਰ ਮੰਦਰ ਹੈ, ਅੰਦਰ ਆਤਮਾ ਰੂਪੀ ਪਰਮਾਤਮਾ ਬੈਠਾ ਹੈ। ਇਸ ਕਰਕੇ ਸਰੀਰ ਦੀ ਖੋਜ ਕਰਨੀ ਹੀ ਜੰਗਮ ਭੇਖ ਰਹਿਣ ਕਰਨਾ ਹੈ ਤੇ ਯਾਤਰਾ ਕਰਨੀ ਹੈ। ਸਰੀਰ ਦੇ ਵਿੱਚੋਂ ਆਤਮਾ ਦੀ ਖੋਜ ਕਰਨੀ, ਪਰਮਾਤਮਾ ਦੀ ਖੋਜ ਕਰਨੀ। ਇਹੀ ਧੂਪ ਆ, ਇਹੀ ਦੀਪ ਆ, ਇਹੀ ਨਈ ਬੇਦਾ ਹੈ, ਤੇ ਇਹੀ ਪੱਤਿਆਂ ਦੇ ਨਾਲ ਉਹਦੀ ਠਾकुर ਦੀ ਪੂਜਾ ਕਰਨੀ। ਮੈਨੇ ਸਾਰਾ ਕੁਝ ਸਰੀਰ ਹੈ, ਸਭ ਕੁਝ ਸਰੀਰ ਦੇ ਵਿੱਚ ਹੈ। ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ। ਉਹ ਤਾਂ ਅੰਦਰ ਬੈਠਾ ਹੈ, ਪਰ ਨਿਕਲੂ ਕਿੱਦਾਂ? ਤਾਂ ਮਹਾਰਾਜ ਨੇ ਇਹ ਵੀ ਬਾਣੀ ਦੇ ਵਿੱਚ ਲਿਖਿਆ। ਦੇਖੋ ਜਿਹੜੇ ਮੁਸਲਮਾਨ ਆ ਨਾ, ਉਹ ਕਹਿੰਦੇ ਜਿਹੜਾ ਬੰਦਾ ਹੈ ਇਹ ਖੁਦਾ ਦੀ ਸ਼ਕਲ ਤੋਂ ਬਣਿਆ। ਆਦਮ ਖੁਦ ਖਲੀਫਾ ਹੈ। ਪਹਿਲਾ ਖਲੀਫਾ ਕੌਣ ਹੈ? ਆਦਮ। ਪਹਿਲਾ ਪੈਗੰਬਰ ਕੌਣ ਹੈ? ਪਰਮੇਸ਼ਰ ਦਾ ਪਿਆਰਾ ਕੌਣ ਹੈ? ਆਦਮ ਬੰਦਾ। ਹੁਣ ਬੰਦੇ ਦਾ ਸਰੀਰ ਵੀ ਬੋਤੀ ਆ। ਮੰਦਰ ਕਾਹਦਾ ਬਣਦਾ? ਮਿੱਟੀ ਦਾ। ਬੰਦੇ ਦਾ ਸਰੀਰ ਕਾਹਦਾ ਬਣਿਆ? ਮਿੱਟੀ ਦਾ। ਤਾਂ ਬੰਦੇ ਦਾ ਸਰੀਰ ਵੀ ਮੰਦਰ ਹੈ, ਤੇ ਬੰਦੇ ਦੇ ਸਰੀਰ ਵਿੱਚ ਕਹਿੰਦੇ ਖੁਦਾ ਬੈਠਾ ਹੈ। ਮੁਸਲਮਾਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਕਿ ਜਦੋਂ ਖੁਦਾ ਨੇ ਆਦਮ ਨੂੰ ਪ੍ਰੇਅਰ ਕੀਤਾ ਤੇ ਸਾਰੇ ਫਰਿਸ਼ਤਿਆਂ ਨੂੰ ਆਖਿਆ ਮੱਥਾ ਟੇਕੋ, ਇਹਨੂੰ ਸਜਦਾ ਕਰੋ। ਕਿਉਂ? ਖੁਦਾ ਨੇ ਆਦਮ ਨੂੰ, ਬੰਦੇ ਨੂੰ ਆਪਣੀ ਸ਼ਕਲ ਤੋਂ ਬਣਾਇਆ। ਪਰ ਮੁਸਲਮਾਨਾਂ ਦੀ ਵੀ ਫਿਲਾਸਫੀ ਦੇ ਵਾਰੇ ਜਾਈਏ, ਬਲਹਾਰੇ ਜਾਈਏ, ਮੂਰਖ ਕੋ ਸਮਝਾਣੇ ਗਿਆਨ ਹਿਰਦੇ ਕਾ ਜਾਏ, ਕੋਲਾ ਹੋਏ ਨਾ ਉਜਲਾ 100 ਮਣ ਸਾਬਣ ਲਗਾਏ। ਕੋਲੇ ਨੂੰ 100 ਮਣ ਸਾਬਣ ਨਾਲ ਧੋਈ ਜਾ, ਅਜੇ ਤੱਕ ਨਹੀਂ ਚਿੱਟਾ ਨਿਕਲਿਆ, ਅਜੇ ਤੱਕ ਨਹੀਂ ਚਿੱਟਾ ਹੋਇਆ। ਹੁਣ ਮੁਸਲਮਾਨ ਇੱਕ ਬੰਦੇ ਕਹਿੰਦੇ ਆ ਵੀ ਬੰਦਾ ਖੁਦਾ ਦੀ ਸ਼ਕਲ ਆ, ਦੂਸਰੇ ਬੰਨੇ ਰੋਜ਼ ਹੀ ਬੰਦੇ ਮਾਰੀ ਜਾਂਦੇ। ਮੈਨੂੰ ਤੇ ਸਮਝ ਨਹੀਂ ਆਉਂਦੀ ਕਿਹੜੀ ਫਿਲਾਸਫੀ 'ਚ ਪਏ। ਤਾਂ ਕਹਿੰਦੇ ਆਦਮ ਖੁਦ ਖੁਦਾ ਹੈ, ਆਦਮ ਪਰਮੇਸ਼ਰ ਦੀ ਸ਼ਕਲ ਹੈ, ਸੂਰਤ ਹੈ। ਤਾਂ ਇਸ ਕਰਕੇ ਸਾਰਾ ਕੁਝ ਬੰਦੇ ਦੇ ਸਰੀਰ ਦੇ ਵਿੱਚ ਹੈ। ਕਾਇਆ ਬਹੁਖੰਡ ਖੋਜ ਤੇ ਨਵ ਨਿਧ ਪਾਈ, ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ ਰਹਾਓ। ਖੰਡ ਕਹਿੰਦੇ ਹਿੱਸਿਆਂ। ਕਾਇਆ ਬਹੁ ਖੰਡ ਖੋਜ ਤੇ, ਇਹ ਸਰੀਰ ਦੇ ਬੜੇ ਹਿੱਸੇ ਆ, ਹੱਥ ਪੈਰ ਨੱਕ ਆਦਿ ਬੜੇ ਹਿੱਸੇ ਇੱਕ ਸਰੀਰ 'ਚ। ਇਹ ਜਿਹੜਾ ਹਿੱਸਿਆਂ ਵਾਲਾ ਸਰੀਰ ਆ, ਇਹਦੇ ਵਿੱਚ ਖੋਜਣਾ ਹੈ। ਖੋਜਣਾ ਕਿੱਦਾਂ? ਤੁਸੀਂ ਰੋਜ਼ ਪੜ੍ਹਦੇ ਆ, ਖੋਜ ਸ਼ਬਦ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ। ਬੰਦੇ ਖੋਜ ਦਿਲ ਹਰ ਰੋਜ਼, ਮਹਾਰਾਜ ਜੀ ਨੇ ਬਾਣੀ 'ਚ ਲਿਖਿਆ। ਖੋਜਣਾ ਮੈਨੇ ਸ਼ਬਦ ਦੀ ਕਮਾਈ ਕਰਨੀ, ਇਹ ਆਪਣੇ ਆਪ ਨੂੰ ਖੋਜਣਾ ਹੈ। ਤਾਂ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਜਦੋਂ ਸਰੀਰ ਜਿਹੜਾ ਬੜੇ ਹਿੱਸਿਆਂ ਵਾਲਾ, ਖੰਡਾਂ ਵਾਲਾ, ਇਹਦੀ ਖੋਜ ਕੀਤੀ ਤਾਂ ਵਿੱਚੋਂ ਪਰਮਾਤਮਾ ਰੂਪੀ 9 ਨਿਧੀ ਪ੍ਰਾਪਤ ਕੀਤੀ, 9 ਖਜ਼ਾਨੇ ਪ੍ਰਾਪਤ ਕਰ ਲਏ, 9 ਨਿਧੀਆਂ ਪ੍ਰਾਪਤ ਕਰ ਲਈਆਂ। ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ। ਤਾਂ ਹੁਣ ਪਤਾ ਲੱਗਾ ਵੀ ਜਿਹੜੀ ਸਾਡੀ ਆਤਮਾ ਵਾ, ਨਾ ਇਹ ਜੰਮਦੀ ਆ ਨਾ ਮਰਦੀ ਆ, ਰਾਮ ਦੀ ਦੁਹਾਈ। ਦੁਹਾਈ ਕਹਿੰਦੇ ਸਹੁੰ ਖਾ ਕੇ ਕਹਿੰਦਾ,
ਜਦੋਂ ਤੁਸੀਂ ਇਸ ਅਵਸਥਾ ਵਿੱਚ ਚਲੇ ਜਾਓਗੇ, ਨਾ ਤੁਹਾਡੇ ਤੇ ਜੰਮਣ ਦਾ ਅਸਰ ਪਊ, ਨਾ ਤੁਹਾਡੇ ਤੇ ਮਰਨ ਦਾ ਅਸਰ ਪਊ। ਤੁਸੀਂ ਇਦਾਂ ਆਇਆ ਕਰੋਗੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਆਉਣਾ ਵੀ ਹੁਕਮ 'ਚ ਹੋਊਗਾ, ਜਾਣਾ ਵੀ ਹੁਕਮ 'ਚ। ਜੰਮਣ ਮਰਨ ਦੇ ਦੁੱਖ ਦਾ ਫਿਰ ਅਸਰ ਨਹੀਂ ਪਊਗਾ। ਦੇਖੋ, ਸਾਡੇ ਪਾਸ ਦੋ ਚੀਜ਼ਾਂ ਹਨ, ਇੱਕ ਹੈ ਸਰੀਰ, ਇੱਕ ਹੈ ਆਤਮਾ। ਜਿਵੇਂ ਇੱਕ ਮਾਤਾ ਰੋਂਦੀ ਪਈ ਸੀ, ਤਾਂ ਮਹਾਤਮਾ ਨੇ ਆਖਿਆ, ਤੂੰ ਕਿਉਂ ਰੋਨੀ ਆ? ਕਹਿੰਦੀ, ਮੇਰਾ ਘਰ ਵਾਲਾ ਮਰ ਗਿਆ। ਉਹ ਉਹਨਾਂ ਨੇ ਪਤਾ ਬੜੀ ਸੋਹਣੀ ਗੱਲ ਕੀਤੀ। ਉਹ ਕਹਿੰਦੇ, ਤੂੰ ਘਰ ਵਾਲਾ ਪਹਿਲਾਂ ਮੰਨਦੀ ਕਿਹਨੂੰ ਆ? ਸਾਹਮਣੇ ਸਰੀਰ ਪਿਆ ਸੀ। ਕਹਿੰਦੀ, ਜੀ ਆਹ ਪਿਆ। ਕਹਿੰਦੇ, ਇਹ ਤਾਂ ਸਰੀਰ ਆ, ਘਰ ਵਾਲਾ ਕੌਣ ਆ? ਜੇ ਤਾਂ ਤੂੰ ਸਰੀਰ ਨੂੰ ਮੰਨਦੀ ਆ ਤਾਂ ਵੀ ਨਾ ਰੋ, ਕਿਉਂ? ਸਰੀਰ ਪਹਿਲਾਂ ਵੀ ਮਿੱਟੀ ਸੀ, ਹੁਣ ਵੀ ਮਿੱਟੀ ਆ, ਤੇ ਇੱਕ ਦਿਨ ਮਰ ਕੇ ਵੀ ਮਿੱਟੀ। ਤੇ ਜਿਹਨੂੰ ਤੂੰ ਘਰ ਵਾਲਾ ਕਹਿੰਦੀ ਆ, ਉਹ ਤੇਰੀ ਆਤਮਾ ਵਾ, ਉਹ ਕਦੀ ਨਹੀਂ ਮਰਦੀ। ਇਸ ਕਰਕੇ ਸਰੀਰ ਨੂੰ ਵੀ ਨਹੀਂ ਤੂੰ ਰੋ ਸਕਦੀ, ਤੇ ਆਤਮਾ ਤੇ ਮਰਦੀ ਨਹੀਂ। ਰੋਣਾ ਕਿਹਨੂੰ ਹੈ? ਕੌਣ ਮੂਆ ਰੇ ਕੌਣ ਮੂਆ, ਬਾਣੀ ਦੇ ਵਿੱਚ ਲਿਖਿਆ। ਇਹਦਾ ਮਤਲਬ ਕੀ ਆ? ਵੀ ਆਤਮਾ ਮਰਦੀ ਨਹੀਂ, ਜੰਮਦੀ ਮਰਦੀ ਨਹੀਂ। ਸਰੀਰ ਉਹ ਤੇ ਪਹਿਲਾਂ ਵੀ ਮਰਿਆ, ਹੁਣ ਵੀ ਮਰਿਆ। ਮਿੱਟੀ ਨੇ ਤੇ ਮਿੱਟੀ ਰਹਿਣਾ ਨਾ, ਭਾਵੇਂ ਘੜਾ ਬਣ ਜੇ, ਭਾਵੇਂ ਹੋਵੇ। ਪਹਿਲਾਂ ਵੀ ਮਿੱਟੀ ਸੀ, ਹੁਣ ਘੜਾ ਬਣ ਗਿਆ, ਹੁਣ ਵੀ ਮਿੱਟੀ, ਕੱਲ ਨੂੰ ਭੱਜ ਗਿਆ ਤੇ ਫਿਰ ਮਿੱਟੀ ਦੀ ਮਿੱਟੀ। ਤਾਂ ਇਸ ਕਰਕੇ ਨਾ ਕਿਛ ਆਇਬੋ ਨਾ ਕਿਛ ਜਾਇਬੋ, ਰਾਮ ਕੀ ਦੁਹਾਈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਮੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜਿਹੜਾ ਪਰਮਾਤਮਾ ਸਾਰੇ ਬ੍ਰਹਮੰਡ ਵਿੱਚ ਪੂਰਨ ਹੈ, ਸੋਈ ਪਿੰਡੇ, ਉਹੀ ਪਰਮਾਤਮਾ ਸਾਡੇ ਸਰੀਰ ਦੇ ਵਿੱਚ ਵੀ ਬੈਠਾ ਹੈ। ਜਿਹੜਾ ਬਾਹਰ ਸਾਰੇ ਬ੍ਰਹਮੰਡ 'ਚ ਹੈ, ਉਹੀ ਪਰਮਾਤਮਾ ਕਹਿੰਦੇ ਸਾਡੇ ਸਰੀਰ ਦੇ ਵਿੱਚ ਵੀ ਆ। ਬਈ ਸਰੀਰ ਦੇ ਵਿੱਚ ਵੀ ਬੈਠਾ ਹੋਇਆ ਹੈ। ਮੌਲਾਨਾ ਰੂਮ ਸਾਹਿਬ ਨੇ ਬੜੀ ਸੋਹਣੇ ਫਾਰਸੀ ਦੇ ਵਿੱਚ ਕੁਝ ਸ਼ਾਇਰੀ ਉਹਨਾਂ ਨੇ ਉਚਾਰਨ ਕੀਤੀ। ਮਸਜਿਦ-ਏ ਹਸਤ ਅੰਦਰੂਨੇ ਔਲੀਆ, ਕਹਿੰਦੇ ਤੂੰ ਔਲੀਏ ਨੂੰ ਮਸਜਿਦ ਵਿੱਚ ਲੱਭਦਾ ਫਿਰਦਾ ਹੈ, ਪਰ ਮੈਂ ਤੈਨੂੰ ਦੱਸਾਂ, ਔਲੀਏ ਦਾ ਦਿਲ ਹੀ ਮਸਜਿਦ ਹੈ। ਗੁਰੂ ਦਾ ਸਰੀਰ ਹੀ ਮਸਜਿਦ, ਗੁਰੂ ਹੀ ਮਸਜਿਦ ਹੈ। ਗੁਰੂ ਸਾਰਾ ਕੁਝ ਹੀ ਹੈ। ਤੁਸੀਂ ਰੋਜ਼ ਤਾਂ ਪੜ੍ਹਦੇ ਆ ਜਪਜੀ ਸਾਹਿਬ ਦੇ ਵਿੱਚ, ਗੁਰ ਈਸਰ, ਗੁਰ ਗੋਰਖ, ਬਰਮਾ ਗੁਰ, ਪਾਰਬਤੀ ਮਾਈ, ਸਾਰਾ ਕੁਝ ਗੁਰੂ ਹੀ ਹੈ। ਇੱਕ ਸੰਸਕ੍ਰਿਤ ਦੇ ਵਿੱਚ ਬੜਾ ਸੋਹਣਾ ਸ਼ਲੋਕ ਆਉਂਦਾ, ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂਰ, ਗੁਰੂਰ ਦੇਵੋ ਮਹੇਸ਼ਵਰਾ, ਗੁਰੂ ਰੇ ਪਰਬ੍ਰਹਮ ਤਸਮਈ ਸ਼੍ਰੀ ਗੁਰੂਏ ਨਮః। ਗੁਰੂ ਹੀ ਈਸ਼ਰ ਹੈ, ਗੁਰੂ ਹੀ ਬ੍ਰਹਮਾ ਹੈ, ਸਾਰਾ ਕੁਝ ਗੁਰੂ ਹੀ ਹੈ। ਜਿਹੜਾ ਗੁਰੂ ਦੇ ਚਰਨਾਂ 'ਚ ਆ ਗਿਆ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹਨੂੰ ਸਾਰਾ ਕੁਝ ਪ੍ਰਾਪਤ ਹੋਵੇ। ਤਾਂ ਜਿਹੜੇ ਮੌਲਾਨਾ ਰੂਮ ਸਾਹਿਬ ਸਨ, ਇਹ ਸੂਫੀਆਂ ਦੇ ਬਹੁਤ ਵੱਡੇ ਮਹਾਤਮਾ ਸਨ, ਮਹਾਂਪੁਰਖ ਸਨ, ਉੱਚ ਕਮਾਈ ਵਾਲੇ। ਜਿੱਥੇ ਵਿਦਵਾਨ ਸਨ, ਉੱਥੇ ਵਿਦਵਾਨ ਦੇ ਨਾਲ ਨਾਲ ਇਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਵੀ ਸੀ। ਇਹਨਾਂ ਤੇ ਏਡੀ ਵੱਡੀ ਕਿਰਪਾ ਕੋਈ ਵਾਹਿਗੁਰੂ ਪਰਮੇਸ਼ਰ ਵੱਲੋਂ ਸੀ, ਕਿਉਂ ਜਿਨ੍ਹਾਂ ਪਾਸ ਅਖਰੀ ਖਰਚਾ ਹੈ, ਉਹਨਾਂ ਪਾਸ ਪ੍ਰਾਪਤੀ ਘੱਟ ਹੀ ਹੈ। ਐਵੇਂ ਜ਼ਬਾਨ ਦਾ ਜਮਾਂ ਖਰਚਾ ਹੀ ਆ, ਬੋਲੀ ਜਾ ਬੋਲੀ ਜਾ। ਗਿਆਨ ਕਿਹਨੂੰ ਕਹਿੰਦੇ? ਬੋਲੀ ਜਾ ਬੋਲੀ ਜਾ ਬੋਲੀ ਜਾ, ਪਹੁੰਚਿਆ ਕਿਤੇ ਵੀ ਨਹੀਂ, ਬੋਲ ਬੋਲ ਕੇ ਸੁਣਾਈ ਜਾ ਬਸ। ਤਾਂ ਇੱਕ ਵਾਰੀ ਭਗਤ ਕਬੀਰ ਸਾਹਿਬ ਜੀ ਕਿਤੇ ਜਾ ਰਹੇ ਸੀ, ਉੱਥੇ ਕਥਾ ਹੁੰਦੀ ਪਈ ਸੀ। ਕਥਾ ਦਾ ਪ੍ਰਕਰਨ ਚੱਲਦਾ ਪਿਆ ਸੀ ਵੀ ਤੀਰਥਾਂ ਦਾ ਜਲ ਬੜਾ ਪਵਿੱਤਰ ਹੈ, ਆਚਮਨ ਕਰਨਾ ਪਵਿੱਤਰ ਹੈ, ਇਸ਼ਨਾਨ ਕਰਨਾ ਪਵਿੱਤਰ ਹੈ, ਦਰਸ਼ਨ ਕਰਨਾ ਪਵਿੱਤਰ ਹੈ, ਸ਼ਰਵਣ ਕਰਨਾ ਪਵਿੱਤਰ ਹੈ। ਕਬੀਰ ਸਾਹਿਬ ਕਹਿਣ ਲੱਗੇ ਕਥਾ ਕਰਨ ਵਾਲੇ ਨੂੰ, ਪੰਡਤ ਜੀ ਜਿਹੜੀ ਤੂੰ ਕਥਾ ਕਰਦਾ, ਇਹ ਜ਼ਬਾਨ ਦਾ ਜਮਾ ਖਰਚੀ ਆ ਕਿ ਇਹਦੇ ਵਿੱਚ ਕੋਈ ਅਸਲ ਚੀਜ਼ ਵੀ ਆ, ਅਸਲੀਅਤ ਵੀ ਆ?
ਜਿਹੜੀਆਂ ਗੱਲਾਂ ਕਰਦਾ ਇਹ ਚ ਅਸਲੀਅਤ ਵੀ ਆ ਕਿ ਐਵੇਂ ਜ਼ੁਬਾਨ ਦਾ ਖਰਚਾ ਹੀ ਆ, ਬਸ ਬੋਲੀ ਜਾਣਾ। ਤਾਂ ਕਹਿੰਦਾ ਜੀ ਅਸਲੀਅਤ ਕਿਉਂ ਨਹੀਂ? ਅਸਲੀਅਤ ਹੈ। ਤਾਂ ਕਹਿਣ ਲੱਗੇ ਭਾਈ ਜੇ ਅਸਲੀਅਤ ਹੈ ਤਾਂ ਫਿਰ ਆਪਾਂ ਨੂੰ ਪਰਖ ਕਰ ਲੈਣੀ ਚਾਹੀਦੀ ਆ। ਹਾਂ ਕਹਿੰਦੇ ਜੀ ਪਰਖ ਕਰ ਲਓ। ਹੁਣ ਉਹਨਾਂ ਨੂੰ ਕੀ ਪਤਾ ਵੀ ਕੀ ਪਰਖ ਕਰਨਾ, ਉਹਦਾ ਇਰਾਦਾ ਵੀ ਪ੍ਰਸ਼ਨ ਉੱਤਰ ਕਰੂਗਾ, ਸਵਾਲ ਜਵਾਬ ਕਰੂਗਾ। ਔਰ ਕਬੀਰ ਸਾਹਿਬ ਤਾਂ ਗਿਆਨਵਾਨ ਸੀ, ਉਹਨਾਂ ਦਾ ਤਰੀਕਾ ਹੀ ਬੜਾ ਵੱਖਰਾ ਸੀ। ਉਹਨਾਂ ਨੇ ਆਪਦੇ ਕਮੰਡਲ ਦੇ ਵਿੱਚ ਪਾਣੀ ਭਰ ਲਿਆ, ਤੀਰਥ ਦਾ ਜਲ ਭਰ ਲਿਆ। ਕਹਿੰਦੇ ਜੇ ਤੀਰਥ ਦਾ ਪਵਿੱਤਰ ਜਲ ਵਾਕਿਆ ਹੀ ਪਵਿੱਤਰ ਆ ਤਾਂ ਫਿਰ ਇਹਨੇ ਮੇਰੇ ਕਮੰਡਲ ਨੂੰ ਪਵਿੱਤਰ ਕਰਤਾ। ਹਾਂ ਕਹਿੰਦੇ ਪਵਿੱਤਰ ਕਰਤਾ, ਇਹ ਚ ਪਵਿੱਤਰ ਕਰਨ ਦੀ ਸ਼ਕਤੀ ਹੈ। ਕਹਿੰਦਾ ਜੇ ਪਵਿੱਤਰ ਕਰਤਾ ਫਿਰ ਪੰਡਤ ਜੀ ਚੱਲ ਪਈ ਇਹਨੂੰ। ਤੇ ਜਦੋਂ ਪੁੱਛਿਆ ਵੀ ਤੂੰ ਕੌਣ ਆ, ਕਹਿੰਦਾ ਮੈਂ ਜਲਾਇਆ ਤੇ ਸ਼ੂਦਰ ਹੁੰਦਾ ਹੈ। ਉਸੇ ਵੇਲੇ ਚਿੜ ਗਿਆ, ਮੈਂ ਸ਼ੂਦਰ ਦਾ ਪਾਣੀ ਪੀਵਾਂ। ਕਹਿੰਦੇ ਤੂੰ ਆਪੇ ਦੇ ਕਹਿਣਾ ਵੀ ਤੀਰਥ ਦਾ ਜਲ ਪਵਿੱਤਰ ਕਰ ਦਿੰਦਾ ਹੈ ਤੇ ਫਿਰ ਜਲਾਏ ਦੇ ਕਮੰਡਲ ਨੂੰ ਪਵਿੱਤਰ ਨਹੀਂ ਕੀਤਾ, ਪੀ ਫਿਰ ਇਹਨੇ। ਤਾਂ ਉੱਥੇ ਗੁੱਸੇ ਦਾ ਮਾਰਾ ਖਿੱਚ ਕੇ ਭੱਜ ਗਿਆ। ਤਾਂ ਕਬੀਰ ਸਾਹਿਬ ਕਹਿਣ ਲੱਗੇ ਜਿੰਨਾ ਚਿਰ ਤੁਸੀਂ ਨਾਮ ਦੀ ਕਮਾਈ ਨਹੀਂ ਕਰਦੇ ਉਹਨਾਂ ਚਿਰ ਕੋਈ ਪਵਿੱਤਰਤਾ ਨਹੀਂ, ਉਹਨਾਂ ਚਿਰ ਉਹ ਗੱਲ ਨਹੀਂ ਬਣਦੀ ਜਿਹੜੀ ਬਣਨੀ ਚਾਹੀਦੀ। ਉੱਥੇ ਬੜਾ ਸੋਹਣਾ ਉਹਨਾਂ ਦੇ ਗ੍ਰੰਥਾਂ 'ਚ ਲਿਖਿਆ, ਮਨ ਮੱਕਾ ਦਿਲ ਦਵਾਰਕਾ। ਕਹਿੰਦੇ ਮਨ ਦੇ ਵਿੱਚ ਹੀ ਹੈ, ਸਰੀਰ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਹੈ ਉਹ ਬੈਠਾ ਹੈ। ਮਨ ਮੇਰਾ ਪੰਛੀ ਪਿਆ, ਉੜ ਚੱਲਿਆ ਆਕਾਸ਼, ਬੈਕੁੰਠ ਲੋਕ ਖਾਲੀ ਪੜਾ ਸਾਹਿਬ ਸੰਤਨ ਪਾਸ। ਮੈਂ ਬੈਕੁੰਠ ਵਿੱਚ ਵੀ ਗਿਆ ਰੱਬ ਨੂੰ ਲੱਭਣ, ਪਰ ਖਾਲੀ ਸੀ। ਤੇ ਰੱਬ ਕਿੱਥੇ ਲੱਭਾ? ਸੰਤਾਂ ਦੇ ਹਿਰਦੇ ਵਿੱਚ, ਸਤਿਗੁਰਾਂ ਦੇ ਹਿਰਦੇ ਵਿੱਚ ਪਰਮੇਸ਼ਰ ਬੈਠਾ ਮਿਲਿਆ ਮੈਨੂੰ। ਤਾਂ ਉੱਥੇ ਬੜਾ ਸੋਹਣਾ ਉਹਨਾਂ ਨੇ ਮੌਲਾਨਾ ਰੂਮ ਸਾਹਿਬ ਨੇ ਆਖਿਆ, ਕਹਿੰਦਾ ਔਲੀਏ ਨੂੰ ਮਸਜਿਦ 'ਚ ਲੱਭਦਾ ਫਿਰਦਾ ਹੈ, ਔਲੀਆ ਤੇ ਆਪਣੇ ਭਗਤਾਂ ਦੇ ਹਿਰਦੇ ਵਿੱਚ ਬੈਠਾ। ਤਾਂ ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜਿਹੜਾ ਪਰਮਾਤਮਾ ਬਾਹਰ ਬੈਠਾ ਉਹੋ ਹੀ ਅੰਦਰ ਬੈਠਾ ਹੈ। ਜੋ ਖੋਜੈ ਸੋ ਪਾਵੈ, ਪਰ ਜਿਹੜਾ ਸ਼ਬਦ ਦੀ ਕਮਾਈ ਕਰੂ, ਖੋਜ ਕਰੂ, ਉਹਨੂੰ ਪ੍ਰਾਪਤ ਹੋਊਗਾ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾ। ਇਹ ਪਰਮ ਤਤ ਜਿਹੜਾ ਨਿਚੋੜ ਆ, ਤਤ ਕਹਿੰਦੇ ਨਿਚੋੜ ਨੂੰ ਸਾਰੇ ਗ੍ਰੰਥਾਂ ਦਾ, ਸਾਰੇ ਸੰਸਾਰ ਦਾ। ਇਹ ਆਪਣੇ ਆਪ ਨਹੀਂ ਮਿਲਦਾ, ਜਦੋਂ ਪੂਰਾ ਸਤਿਗੁਰੂ ਮਿਲ ਜਾਵੇ ਫੇਰ ਇਹ ਪ੍ਰਾਪਤ ਹੁੰਦਾ। ਪੂਰੇ ਸਤਿਗੁਰੂ ਕਰਕੇ ਇਹਦੀ ਪ੍ਰਾਪਤੀ ਹੁੰਦੀ, ਉਦਾਂ ਇਹ ਪ੍ਰਾਪਤ ਨਹੀਂ ਹੁੰਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ। ਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। This program is sponsored by Simco, a name you can rely upon.
ਰਫ਼ਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। Simcoe Supreme Hair Fixer, Simcoe Classic Hair Fixer. ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਾ ਵਿੱਚ ਹਾਜ਼ਰ ਕਰਨ ਲਈ ਸੁੰਦਰ ਕਢਾਈ ਵਾਲੇ ਰੁਮਾਲੇ ਅਤੇ ਚੰਦੋਆ ਸਾਹਿਬ ਬੜੇ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਤਿਆਰ ਕੀਤੇ ਜਾਂਦੇ ਹਨ। ਦਸ਼ਮੇਸ਼ ਰੁਮਾਲੇ, ਜਸਵਿੰਦਰ ਸਿੰਘ, ਸ਼ਾਪ ਨੰਬਰ 12, ਹਨੂਮਾਨ ਰੋਡ ਮਾਰਕੀਟ, ਨੀਅਰ ਗੁਰਦੁਆਰਾ ਬੰਗਲਾ ਸਾਹਿਬ, ਕਨੌਟ ਪਲੇਸ, ਨਿਊ ਦਿੱਲੀ। 011 233 63332, 098 108 13332। ਤੁਹਾਡਾ ਵਿਸ਼ਵਾਸ ਸਾਡੀ ਗਾਰੰਟੀ। ਦਸ਼ਮੇਸ਼ ਰੁਮਾਲੇ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। Simcoe Supreme Hair Fixer, Simcoe Classic Hair Fixer. ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ, ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। ਸਟਾਈਲ ਤੇ ਫੈਸ਼ਨ ਦੇ ਇਸ ਦੌਰ ਵਿੱਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ, ਤੇ ਉਸ ਦੇ ਲਈ ਜ਼ਰੂਰੀ ਹੈ ਲੇਟੈਸਟ ਡਿਜ਼ਾਈਨ, ਡਿਫਰੈਂਟ ਸਟਾਈਲ ਐਂਡ ਡਿਜ਼ਾਈਨਰ ਅਟਾਇਰ। ਤੇ ਇਸ ਸਭ ਲਈ ਵਧੀਆ ਡੈਸਟੀਨੇਸ਼ਨ ਹੈ ਸਾਹਿਲ ਫੈਸ਼ਨ ਬਾਜ਼ਾਰ, ਕਰੋਲ ਬਾਗ, ਦਿੱਲੀ, ਜਿੱਥੇ ਤੁਹਾਨੂੰ ਮਿਲੇਗੀ ਲੇਟੈਸਟ ਕਲੈਕਸ਼ਨ ਆਫ ਬ੍ਰਾਈਡਲ ਲਹਿੰਗਾਸ, ਗਾਊਨ, ਡਿਜ਼ਾਈਨਰ ਸੂਟ, ਸਾੜੀ ਐਂਡ ਐਕਸੈਸਰੀਜ਼। ਤਾਂ ਸਮਝੇ ਤੁਸੀਂ, ਫੈਸ਼ਨ ਮਤਲਬ ਸਾਹਿਲ ਫੈਸ਼ਨ ਬਾਜ਼ਾਰ, ਕਰੋਲ ਬਾਗ, ਦਿੱਲੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। Simcoe Supreme Hair Fixer, Simcoe Classic Hair Fixer. ਪਰਸਨੈਲਿਟੀ ਨੂੰ ਨਿਖਾਰਨ